ਕਿਹਾ ਜਾਂਦਾ ਪੰਜਾਬ ਦੇ ਜੰਮਿਆਂ ਨੂੰ ਨਿਤ ਨਵੀਆਂ ਮਹਿਮਾਂ ਹੀ ਪੈਂਦੀਆਂ ਨੇ। ਬਿਲਕੁਲ ਪਹਾੜ ਮੁਸੀਬਤਾਂ ਦੇ ਆਈਆਂ ਸਾਡੀਆਂ ਪੀੜੀਆਂ ਸਹਿੰਦੀਆਂ ਨੇ। ਅਸੀਂ ਜੂਝਦੇ ਜ਼ੁਲਮ ਨਾਲ ਸਦਾ ਆਏ, ਤਾਈਓ ਗਰਮ ਤਬੀਅਤਾਂ ਰਹਿੰਦੀਆਂ ਨੇ। ਸਾਨੂੰ ਚੜੀਆਂ ਸ਼ਹਾਦਤ ਖੁਮਾਰੀਆਂ ਜੋ ਚੜ ਕੇ ਸੂਲੀ ਤੇ ਵੀ ਨਾ ਲੈਂਦੀਆਂ ਨੇ। ਚੜ ਕੇ ਸੂਲੀ ਤੇ ਵੀ ਨਾ ਲੈਂਦੀਆਂ ਨੇ। ਕਦੇ ਪੁੱਛੋ ਇਤਿਹਾਸ ਦੇ ਪੰਨਿਆਂ ਤੋਂ ਲੈਂਦੀ ਰਹੀ ਏ ਕਿਸ ਤਰ੍ਹਾਂ ਖੱਲ ਸਾਡੀ। ਲੋਕ ਉਂਗਲਾਂ ਮੂੰਹ ਵਿੱਚ ਪਾ ਲੈਂਦੇ ਜਦੋਂ ਚੱਲਦੀ ਮਹਿਫਲਾਂ ਵਿੱਚ ਗੱਲ ਸਾਡੀ। ਉਹ ਕੌਮ ਨਹੀਂ ਕਦੇ ਗੁਲਾਮ ਰਹਿੰਦੀ ਓ ਜਿਹੜੀ ਕੌਮ ਨੂੰ ਮਰਨ ਦਾ ਝੱਲ ਪੈ ਜੇ। ਪੈਂਦਾ ਅੰਤ ਨੂੰ ਮੁੱਲ ਕੁਰਬਾਨੀਆਂ ਦਾ, ਭਾਵੇਂ ਅੱਜ ਪੈ ਜੇ ਭਾਵੇਂ ਕੱਲ ਪੈ ਜੇ। ਤੂੰ ਪੜ ਵੇਖੀ ਇਤਿਹਾਸ ਜਰਾ, ਲਹੂ ਲਿਬੜੇ ਵਰਕੇ ਖਾਸ ਜਰਾ। ਕਰ ਦਿਲ ਅੰਦਰ ਐਸਾ ਜਰਾ, ਕਿੰਜ ਮੋੜੇ ਵੈਣ ਤੂਫਾਨਾਂ ਦੇ। ਹੱਸ ਧਰਮ ਤੋਂ ਜੋ ਕੁਰਬਾਨ ਹੋਏ ਮਰਦ, ਤਨ ਜਿਗਰੇ ਮਰਦ ਜਵਾਨਾਂ ਦੇ। ਜਦ ਇਸ਼ਕ ਦੇ ਪਰਚੇ ਪੈਂਦੇ ਰੇ ਸਿੰਘ ਹੱਸ ਕੇ ਦੁਖੜੇ ਸਹਿੰਦੇ ਰੇ। ਪਾਣੇ ਨੂੰ ਮਿੱਠਾ ਕਹਿੰਦੇ ਰੇ ਤਨ ਜਜ਼ਬਾ ਇਸ਼ਕ ਮਰੀਦਾਂ ਦਾ। ਤਵੀਆਂ ਤੇ ਆਸਣ ਲਾ ਕੇ ਤੇ ਗੁਰੂ ਬਣ ਗਏ ਮੁੱਢ, ਗੁਰੂ ਬਣ ਗਏ ਮੁੱਢ ਸ਼ਹੀਦਾਂ ਦਾ। ਤੂੰ ਪੜ ਵੇਖੀ ਇਤਿਹਾਸ ਜਰਾ, ਲਹੂ ਲਿਬੜੇ ਵਰਕੇ ਖਾਸ ਜਰਾ। ਕਰ ਦਿਲ ਅੰਦਰ ਐਸਾ ਜਰਾ, ਕਿੰਜ ਮੋੜੇ ਵੈਣ ਤੂਫਾਨਾਂ ਦੇ। ਹੱਸ ਧਰਮ ਤੋਂ ਜੋ ਕੁਰਬਾਨ ਹੋਏ ਤਨ ਜਿਗਰੇ ਮਰਦ, ਤਨ ਜਿਗਰੇ ਮਰਦ ਜਵਾਨਾਂ ਦੇ। ਜਦ ਇਸ਼ਕ ਦੇ ਪਰਚੇ ਪੈਂਦੇ ਰੇ ਸਿੰਘ ਹੱਸ ਕੇ ਦੁਖੜੇ ਸਹਿੰਦੇ ਰੇ। ਪਾਣੇ ਨੂੰ ਮਿੱਠਾ ਕਹਿੰਦੇ ਰੇ ਤਨ ਜਜ਼ਬਾ ਇਸ਼ਕ ਮਰੀਦਾਂ ਦਾ। ਤਵੀਆਂ ਤੇ ਆਸਣ ਲਾ ਕੇ ਤੇ ਗੁਰੂ ਬਣ ਗਏ ਮੁੱਢ, ਗੁਰੂ ਬਣ ਗਏ ਮੁੱਢ ਸ਼ਹੀਦਾਂ ਦਾ। ਹਿੰਦੂਆਂ ਦਾ ਧਰਮ ਬਚਾਵਣ ਲਈ, ਰੋਂਦਿਆਂ ਨੂੰ ਘਰ ਨਾਲ ਲਾਵਣ ਲਈ, ਤੇ ਜੀਵਨ ਜਾਂਚ ਸਿਖਾਵਣ ਲਈ ਖੁਦ ਸੀਸ ਧਰਮ ਤੋਂ ਵਾਰ ਦਿੱਤਾ। ਹਿੰਦ ਦੇਸ਼ ਦੇ ਡੁੱਬਦੇ ਬੇੜੇ ਨੂੰ ਕਰ ਭਵ ਸਾਗਰ ਚੋਂ, ਕਰ ਭਵ ਸਾਗਰ ਚੋਂ ਪਾਰ ਦਿੱਤਾ। ਜਦ ਲੱਖਾਂ ਫੌਜਾਂ ਚੜੀਆਂ ਸੀ ਹਿਗਤਾਨ ਮੁਸ਼ਕਲਾਂ ਖੜੀਆਂ ਸੀ। ਤੀਰਾਂ ਦੀਆਂ ਲੱਗੀਆਂ ਝੜੀਆਂ ਸੀ ਸਿੰਘ ਮਾਰ ਰਹੇ ਲਲਕਾਰੇ ਸੀ। ਤਨ ਕਲਗੀ ਧਰਤ ਸ਼ਮੇਸ਼ ਪਿਤਾ ਹਸਲਾਲ ਧਰਮ ਤੋਂ, ਹਸਲਾਲ ਧਰਮ ਤੋਂ ਵਾਰੇ ਸੀ। ਤੜਫੀ ਉੱਠੀ ਤਕਦੀਰ ਜਦੋਂ ਅਖੀਰ, ਜਦੋਂ ਨਹੀਂ ਥਿੜਕੇ ਦੋਵੇਂ ਵੀਰ, ਜਦੋਂ ਲੱਖ ਦਿੱਤੇ ਕਸ਼ਟ ਚੰਡਾਲਾਂ ਨੇ। ਹੱਸ ਪੀਤਾ ਜਾਮ ਸ਼ਹਾਦਤ ਦਾ, ਸਤਿਗੁਰ ਦੇ ਨਿੱਕੀਆਂ, ਸਤਿਗੁਰ ਦੇ ਛੋਟਿਆਂ ਲਾਲਾਂ ਨੇ। ਸੁਣ ਇਸ਼ਕ ਹਕੀਕੀ ਬੋਲ ਰਿਹਾ
ਬੋਲ ਰਿਹਾ, ਰੂ ਕੰਬਦੀ ਸੀਨਾ ਡੋਲ ਰਿਹਾ, ਪਾਪਾਂ ਦਾ ਸਾਗਰ ਖੋਲ ਰਿਹਾ, ਪਰ ਕੰਡਿਆਂ ਤੀ ਕਰਿਆ ਆਏ। ਜਦ ਦਿਲ ਪੁੱਤਰ ਦਾ ਕੱਢ ਕੇ ਤੇ ਬਾਪੂ ਦੇ ਮੂੰਹ ਵਿੱਚ, ਬੰਦੇ ਦੇ ਮੂੰਹ ਵਿੱਚ ਪਾਇਆ ਏ। ਜਦ ਹੜਜਾ ਬਿਰਦਾ ਚੜਿਆ ਸੀ, ਆ ਦੇਸ਼ ਤੇਰੇ ਵਿੱਚ ਵੜਿਆ ਸੀ, ਸਿੰਘ ਬਿਨਾਂ ਸੀਸ ਤੋਂ ਲੜਿਆ ਸੀ, ਜੋ ਆਖੇ ਬੋਲ ਬਗਾਵਣ ਲਈ, ਹੱਸ ਸੀਸ ਤਲੀ ਤੇ ਧਰ ਕੇ ਤੇ ਸਤਿਗੁਰ ਨੂੰ ਭੇਟ, ਸਤਿਗੁਰ ਨੂੰ ਭੇਟ ਜੜਾਵਣ ਲਈ। ਪਰ ਇਸ਼ਕ ਦੀ ਹੱਦ ਵਿਖਾਉਂਦੇ ਰੇ, ਕਹਿ ਕਹਿ ਕੇ ਬੰਦ ਕਟਵਾਉਂਦੇ ਰੇ, ਚੜ ਚਰਖੜੀ ਨਗਮੇ ਗਾਉਂਦੇ ਰੇ, ਨਹੀਂ ਰੱਖਿਆ ਡਰ ਸਰਕਾਰਾਂ ਦਾ, ਨਾ ਰੁਕਿਆ ਏ ਨਾ ਝੁਕਿਆ ਏ, ਦਲ ਅਣਖੀ ਸ਼ਾਹ, ਦਲ ਅਣਖੀ ਸ਼ਾਹ ਸਵਾਰਾਂ ਦਾ। ਜ਼ੁਲਮਾਂ ਦੀ ਪੱਠੀ ਝੋਕੇ ਤੇ ਬੜਲਾਲ ਮਾਵਾਂ ਤੋਂ ਖੋ ਕੇ ਤੇ, ਨੇਜਾਂ ਦੇ ਵਿੱਚ ਪਰੋਗੇ ਤੇ ਕਰ ਦਿੱਤੇ ਕਤਲ ਕਸਾਈਆਂ ਨੇ, ਹੱਸ ਧਰਮ ਦੇ ਬਦਲੇ ਪੁੱਤਰਾਂ ਦੇ ਗਲਹਾਰ ਪਵਾ ਲਏ, ਗਲਹਾਰ ਪਵਾ ਲਏ ਮਾਈਆਂ ਨੇ। ਹੱਸ ਕਸ਼ਟ ਸਿਰਾਂ ਤੇ ਜਰ ਜਰ ਕੇ, ਜਜ਼ਬਿਆਂ ਦੇ ਸਾਗਰ ਤਰ ਤਰ ਕੇ, ਇਹ ਮਸਾ ਬਚਾਈ ਮਰ ਮਰ ਕੇ, ਜਲ ਜੋਰ ਪਿਆ ਜਰਵਾਣੇ ਦਾ, ਕਹਿੰਦੇ ਜਾਨ ਸਿਦਕ ਤੋਂ ਵਾਰੀ ਦੀ, ਉਹ ਦੱਸਦਾ ਜੰਡ, ਉਹ ਦੱਸਦਾ ਜੰਡ ਨਨਕਾਣੇ ਦਾ। ਚਾਹੇ ਕਾਬਲ ਅਤੇ ਕੰਧਾਰ ਹੋਵੇ, ਚਾਹੇ ਕਾਬਲ ਅਤੇ ਕੰਧਾਰ ਹੋਵੇ, ਭਾਵੇਂ ਗੋਰਿਆਂ ਦੀ ਸਰਕਾਰ ਹੋਵੇ, ਜਾਂ ਦਿੱਲੀ ਦਾ ਦਰਬਾਰ ਹੋਵੇ, ਸਭ ਸ਼ਾਨ ਤੇਰੀ ਤੂੰ ਸੜਦੇ ਰਹੇ। ਤੇਰੀ ਅਜ਼ਮਤ ਨੂੰ ਹੱਥ ਪਾਉਣ ਲਈ ਨਿਤ ਨਵੀਂ ਥਿਊਰੀ, ਨਿਤ ਨਵੀਂ ਪਾਲਸੀ ਘੜਦੇ ਰਹੇ। ਤੇਰਾ ਜਨਮ ਖੰਡੇ ਦੀ ਧਾਰ ਵਿੱਚੋਂ, ਤੇਰਾ ਜਨਮ ਖੰਡੇ ਦੀ ਧਾਰ ਵਿੱਚੋਂ, ਤੂੰ ਵੱਖਰਾ ਹੈ ਸੰਸਾਰ ਵਿੱਚੋਂ, ਭਾਗੋ ਵਾਲੀ ਲਹੂ ਦੀ ਧਾਰ ਵਿੱਚੋਂ, ਤੱਕ ਹਰਕਤ ਨਵੇਂ ਹਾਲਾਤਾਂ ਦੀ, ਜੋ ਰਾਗ ਅਣਖ ਦਾ ਸ਼ੇਰ ਤਵੇ, ਕੋਈ ਲਿਖ ਕਵਿਤਾ, ਕੋਈ ਲਿਖ ਕਵਿਤਾ ਜਜ਼ਬਾਤਾਂ ਦੀ। ਰਹਿਮਤਾਂ ਦੇ ਮਾਲਕ, ਸਮੁੱਚੀ ਮਾਨਵਤਾ ਦੇ ਸਾਂਝੇ ਸਤਿਗੁਰੂ, ਰੱਬੀ ਤਲੀਮ ਦੇ ਮਹਾਂਸਾਗਰ ਤੇ ਮੌਕੇ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਅੱਜ ਦੇ ਇਸ ਮਹਾਨ ਦੀਵਾਨ ਵਿੱਚ ਸੱਜ ਕੇ ਬੈਠੇ ਸਤਿਕਾਰਯੋਗ ਖਾਲਸਾ ਜੀਓ, ਵੱਡਿਆਂ ਭਾਗਾਂ ਵਾਲਿਓ, ਜ਼ਿੰਦਗੀ ਦੀ ਮਸ਼ਰੂਫੀਅਤ ਚੋਂ ਸਮਾਂ ਕੱਢ ਕੇ ਗਰਮੀ ਦੀ ਰੁੱਤ ਵਿੱਚ ਇੰਨੇ ਲੰਮੇ ਸਮੇਂ ਤੋਂ ਬੈਠ ਕੇ ਆਪਣੇ ਵੱਡ ਵਡੇਰਿਆਂ ਦਾ ਇਤਿਹਾਸ ਸਰਵਣ ਕਰ ਰਹੇ ਹੋ। ਇਹ ਵੀ ਤੁਹਾਡੀ ਇੱਕ ਬੰਦਗੀ ਹੈ, ਇੱਕ ਭਗਤੀ ਹੈ, ਕਿਉਂਕਿ ਬਿਨਾਂ ਮੁਹੱਬਤ ਤੋਂ, ਬਿਨਾਂ ਸ਼ਰਧਾ ਤੋਂ, ਬਿਨਾਂ ਭਾਵਨਾ ਤੋਂ ਗੁਰੂ ਕੇ ਦੀਵਾਨ ਵਿੱਚ ਬੈਠ ਕੇ ਇੰਨਾ ਲੰਮਾ ਸਮਾਂ ਹਰੀ ਦਾ ਜਸ ਸਰਵਣ ਨਹੀਂ ਕੀਤਾ ਜਾ ਸਕਿਆ। ਸਟੇਜ ਸਕੱਤਰ ਸਾਹਿਬ ਸਤਿਕਾਰਯੋਗ ਆਦਰਨੀਏ ਬਾਪੂ ਗੁਰਮੇਸ਼ ਸਿੰਘ ਜੀ, ਉਹ ਕਹਿ ਰਹੇ ਸੀ ਵੀ ਸਾਡਾ ਪਿੰਡ ਭਾਗਾਂ ਵਾਲਾ ਹੈ। ਮੈਂ ਕਿਹਾ ਇਹਦੇ 'ਚ ਕੋਈ ਸ਼ੱਕ ਹੈ? ਸ਼ਹੀਦ ਤੁਸੀਂ ਪੈਦਾ ਕੀਤੇ, ਮਹਾਂਪੁਰਖ ਬਾਬਾ ਸਤਨਾਮ ਸਿੰਘ ਜੀ ਵਰਗੇ ਇਸ ਧਰਤੀ ਦੇ ਜਰਿਆਂ ਵਿੱਚੋਂ ਪੈਦਾ ਹੋਏ, ਸ਼ਹੀਦ ਹਰਭਜਨ ਸਿੰਘ ਜੀ ਵਰਗੇ ਜਿਨ੍ਹਾਂ ਆਪਣੀਆਂ ਜਾਨਾਂ ਆਪਣੇ ਦੇਸ਼ ਤੋਂ ਨਿਸ਼ਾਵਰ ਕਰ ਦਿੱਤੀਆਂ, ਹੋਰ ਕਿਤਨੀਆਂ ਪਿਆਰੀਆਂ ਰੂਹਾਂ ਇਸ ਨਿੱਕੇ ਜਿਹੇ ਨਗਰ ਨੇ ਪੈਦਾ ਕੀਤੀਆਂ ਔਰ ਸੰਸਾਰ ਦੇ ਇਤਿਹਾਸ ਵਿੱਚ ਆਪਣਾ ਮਕਾਮ ਦਰਜ ਕਰਵਾਇਆ। ਇਹ ਲੱਗਣ ਵਾਲਾ ਜੋੜ ਮੇਲਾ ਇਸੇ ਹੀ ਗੱਲ ਦਾ ਪ੍ਰਤੀਕ ਹੈ ਕਿ ਇਹ ਨਗਰ ਦੇ ਅੰਦਰ ਕਿੰਨੀਆਂ ਵੱਡੀਆਂ ਮਹਾਨ ਹਸਤੀਆਂ ਪੈਦਾ ਹੋਈਆਂ, ਜਿਨ੍ਹਾਂ ਦੀ ਯਾਦ ਮਨਾਉਂਦੇ ਆ ਅਸੀਂ ਹਰ ਸਾਲ ਇਕੱਤਰ ਹੁੰਦੇ ਹਾਂ। ਨੌਜਵਾਨ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ, ਉਹ ਅੱਗੇ ਲੱਗੇ ਨੇ ਔਰ ਉਹ ਕੌਮ ਦੀ ਵਾਗਡੋਰ ਸੰਭਾਲ ਕੇ ਆਪਣੇ ਇਲਾਕੇ ਨੂੰ, ਆਪਣੇ ਪਿੰਡ ਨੂੰ ਕੁਝ ਨਵਾਂ ਕਰਕੇ ਦੇਣਾ ਚਾਹੁੰਦੇ ਨੇ। ਸੋ ਉਹਨਾਂ ਦਾ ਹੁਕਮ ਸਾਡੇ ਤੱਕ ਪਹੁੰਚਿਆ ਸੀ, ਅਸੀਂ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ।
ਆਓ ਫਿਰ ਫਤਿਹ ਬੁਲਾਈਏ। ਗੱਲ ਆਰੰਭ ਕਰਨ ਤੋਂ ਪਹਿਲਾਂ ਜਿੰਨੇ ਵੀ ਤੁਸੀਂ ਮਾਈ ਭਾਈ ਬੈਠੇ ਹੋ ਨਾ, ਕਿਰਪਾ ਕਰੋ ਸਤਿਗੁਰਾਂ ਨੂੰ ਸੀਸ ਝੁਕਾਓ ਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਗਰਾਂ ਦੀ ਪਛਾਣ ਕਾਰਾਂ ਕੋਠੀਆਂ ਜ਼ਮੀਨਾਂ ਜਾਇਦਾਦਾਂ ਤੋਂ ਨਹੀਂ ਹੁੰਦੀ। ਨਗਰਾਂ ਦੀ ਪਛਾਣ ਚੰਗਿਆਂ ਕੰਮਾਂ ਤੋਂ ਬਣਦੀ ਹੈ। ਰਾਗੀ ਢਾਡੀ ਕਵੀਸ਼ਰ ਜਿਨ੍ਹਾਂ ਪਿੰਡਾਂ ਦੇ ਨਾਮ ਆਪਣੀਆਂ ਡਾਇਰੀਆਂ ਤੇ ਲਿਖ ਲੈਣ, ਉਹ ਬਿਨਾਂ ਮਸ਼ਹੂਰੀ ਤੋਂ ਹੀ ਸੰਸਾਰ ਵਿੱਚ ਮਸ਼ਹੂਰ ਹੋ ਜਾਂਦੇ ਆ, ਕਿਉਂਕਿ ਜਿੱਥੇ ਜਿੱਥੇ ਵੀ ਜਾਂਦੇ ਨੇ ਉੱਥੇ ਉੱਥੇ ਉਹਨਾਂ ਨਗਰਾਂ ਦੀ ਗੱਲ ਹੁੰਦੀ ਹੈ। ਬਾਪੂ ਜੀ ਕਹਿੰਦੇ ਜਿਨ੍ਹਾਂ ਬੱਚਿਆਂ ਦਾ ਜਨਮ 1984 ਤੋਂ ਬਾਅਦ ਵਿੱਚ ਹੋਇਆ, ਇਹ ਗੱਲ ਬਿਲਕੁਲ ਠੀਕ ਹੈ। ਉਹ ਬੱਚੇ ਅਕਸਰ ਸਵਾਲ ਕਰਦੇ ਨੇ ਵੀ 1984 ਦੇ ਕਾਂਡ ਬਾਰੇ ਕਿਹੜੀ ਕਿਤਾਬ ਪੜ੍ਹੀਏ ਤੇ ਸਾਨੂੰ ਮੁਕੰਮਲ ਪਤਾ ਲੱਗ ਸਕੇ ਕਿ ਸ੍ਰੀ ਦਰਬਾਰ ਸਾਹਿਬ ਉੱਤੇ ਦਿੱਲੀ ਦੀ ਹਕੂਮਤ ਤੇ ਅਟੈਕ ਕਰਨ ਦਾ ਕਾਰਨ ਕੀ ਸੀ। ਇਹ ਸਵਾਲ ਸਾਡੇ ਤੇ ਕੈਨੇਡਾ ਵੀ ਹੋਇਆ। ਪਰ ਯਾਦ ਰੱਖੋ, ਕਿਤਾਬਾਂ ਤੁਹਾਨੂੰ ਮਾਰਕੀਟ 'ਚੋਂ ਬਹੁਤ ਮਿਲਦੀਆਂ ਨੇ। ਹਰੇਕ ਰਾਈਟਰ ਨੇ ਆਪੋ ਆਪਣਾ ਪੱਖ ਪੇਸ਼ ਕੀਤਾ ਹੈ। ਅਸੀਂ ਬਹੁਤੀ ਉਦਾਹਰਣ KS ਬਰਾੜ ਦੀ ਦਿੰਦੇ ਹਾਂ, ਉਹਨੇ ਆਪਣੇ ਦ੍ਰਿਸ਼ਟੀਕੋਣ ਤੋਂ ਲਿਖਿਆ ਹੈ। ਮਾਰਕ ਟੱਲੀ ਨੇ ਆਪਣੇ ਦ੍ਰਿਸ਼ਟੀਕੋਣ ਤੋਂ ਲਿਖਿਆ ਹੈ। ਕੁਲਦੀਪ ਨਾਇਰ ਨੇ ਆਪਣੇ ਦ੍ਰਿਸ਼ਟੀਕੋਣ ਤੋਂ ਲਿਖਿਆ ਹੈ। ਖਸ਼ਵੰਤ ਸਿੰਘ ਨੇ ਆਪਣੇ ਹਿਸਾਬ ਨਾਲ ਲਿਖਿਆ ਹੈ। ਔਰ ਜਿਹੜੀ ਸੱਚਾਈ ਦੇ ਨੇੜੇ ਕਿਤਾਬ ਹੈ ਉਹ ਹੈ ਡਾਇਰੀ ਦੇ ਪੰਨੇ, ਕਿਉਂਕਿ ਉਹ ਰਾਈਟਰ ਉਸ ਸਮੇਂ ਅੰਮ੍ਰਿਤਸਰ ਵਿੱਚ ਮੌਜੂਦ ਸੀ। 1 ਜੂਨ ਤੋਂ ਲੈ ਕੇ 7 ਜੂਨ ਤੱਕ ਜੋ ਕੁਝ ਦਰਬਾਰ ਸਾਹਿਬ ਅੰਦਰ ਹੋਇਆ ਉਹਨੇ ਆਪਣੀਆਂ ਅੱਖਾਂ ਨਾਲ ਵੇਖਿਆ। 3 ਜੂਨ ਨੂੰ ਜਦ ਢਿੱਲ ਮਿਲਦੀ ਹੈ ਤਾਂ ਉਹ ਸੰਤ ਜਰਨੈਲ ਸਿੰਘ ਜੀ ਨੂੰ ਮਿਲਣ ਵਾਲੇ 3 ਆਖਰੀ ਪੱਤਰਕਾਰ ਸਨ, ਜਿਨ੍ਹਾਂ ਨੇ ਸੰਤਾਂ ਨੂੰ ਚੜ੍ਹਦੀ ਕਲਾ ਵਿੱਚ ਵੇਖਿਆ ਸੀ ਤੇ ਪੁੱਛਿਆ ਸੀ ਵੀ ਜੇ ਤੁਸੀਂ ਸ਼ਹੀਦ ਹੋਣ ਦਾ ਮਨ ਬਣਾ ਹੀ ਲਿਆ ਤੇ ਤੁਹਾਡੇ ਮਗਰੋਂ ਤੁਹਾਡੇ ਜਥੇ ਦਾ ਜਾਨਸ਼ੀਨ ਕੌਣ ਹੋਏਗਾ। ਤਾਂ ਬਾਬਾ ਜੀ ਨੇ ਹੱਸ ਕੇ ਕਿਹਾ ਸੀ, ਅਸੀਂ ਇਦਾਂ ਨਹੀਂ ਦੱਸ ਸਕਦੇ, ਨਾ ਸਾਡੇ ਵੋਟਾਂ ਪੈਂਦੀਆਂ ਨੇ, ਅਸੀਂ ਆਪਣੀ ਜਾਨ ਗੁਰੂ ਦੇ ਪਿਆਰ ਤੋਂ ਵਾਰ ਦੇਣੀ ਹੈ, ਮਗਰੋਂ ਕੌਮ ਜਥਾ ਜਿਹਨੂੰ ਚੰਗਾ ਸਮਝੇਗਾ ਉਹਨੂੰ ਯੋਗ ਸਮਝ ਕੇ ਚੁਣ ਲਏਗਾ। ਇੱਥੋਂ ਪਤਾ ਲੱਗਦਾ ਕਿ ਉਹਨਾਂ ਦੇ ਹਿਰਦੇ ਅੰਦਰ ਕਿੱਡਾ ਵੱਡਾ ਵਲਵਲਾ ਸੀ, ਕਿੰਨੀ ਵੱਡੀ ਇੱਕ ਜਜ਼ਬਾਤਾਂ ਦੀ ਨਾਮ ਵਗ ਰਹੀ ਸੀ। ਉਹ ਸ਼ਹੀਦੀ ਦੇਣ ਨੂੰ ਕਿੰਨੇ ਕਾਲੇ ਸਨ। ਸੋ ਅੱਜ ਦੇ ਦੀਵਾਨ ਵਿੱਚ ਮੈਂ 1-2 ਕਵਿਤਾ ਬਾਅਦ ਵਿੱਚ ਸੁਣਾਵਾਂਗਾ। ਫਿਰ ਕਿਤੇ ਸਮਾਂ ਮਿਲਿਆ ਤਾਂ ਸਾਰਾ ਬਲੂ ਸਟਾਰ 1978 ਤੋਂ ਲੈ ਕੇ 1984 ਤੱਕ ਜੋ ਜੋ ਘਟਨਾਵਾਂ ਵਾਪਰੀਆਂ, ਬਾਬਾ ਵੀਰ ਸਿੰਘ ਜੀ ਦਾ ਜੀਵਨ ਤੁਹਾਨੂੰ ਐਨ ਪਹਾੜਿਆਂ ਵਾਂਗੂ ਯਾਦ ਹੈ। ਪਰ ਕੇਵਲ ਇੰਨਾ ਹੀ ਫਰਕ ਹੈ, ਹਰ ਬੰਦੇ ਨੇ ਆਪਣੇ ਆਪਣੇ ਢੰਗ ਨਾਲ ਸੁਣਾਉਣਾ ਹੁੰਦਾ। ਔਰ ਮਹਾਂਪੁਰਖ ਬਾਬਾ ਸ਼ਿੰਗਾਰਾ ਸਿੰਘ ਸਾਹਿਬ ਜੀ, ਹੋਰ ਸਾਰੇ ਜਿੰਨੇ ਵੀ ਮਹਾਂਪੁਰਖ ਸੇਵਾ ਕਰ ਰਹੇ ਨੇ, ਸਭਨਾਂ ਦਾ ਧੰਨਵਾਦ। ਆਓ ਚੱਲੀਏ ਉਹਨਾਂ ਦੇ ਨਗਰ ਗੱਗੋਬੂਏ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਸਮੇਤ ਗੁਰੂ ਕੀ ਸੰਗਤ ਉੱਥੇ ਬੈਠੇ ਹੋਏ ਨੇ ਔਰ ਕਈ ਦਿਨ ਰਹੇ। ਨਗਰ ਵਾਲਿਆਂ ਨੇ ਇੰਨੀ ਸੇਵਾ ਕੀਤੀ, ਗੁਰੂ ਜੀ ਦਾ ਮਨ ਜਿੱਤ ਲਿਆ। ਰਾਤ ਦਿਨ ਪ੍ਰਵਾਹ ਗੁਰਬਾਣੀ ਦਾ, ਕੀਰਤਨ ਦਾ, ਢਾਡੀ ਵਾਰਾਂ ਦਾ, ਔਰ ਨਗਰ ਨੇ ਭੱਜ ਭੱਜ ਕੇ ਸੇਵਾ ਕੀਤੀ। ਇੱਕ ਦਿਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਮੌਜ ਵਿੱਚ ਆਏ, ਕਿੰਨਾ ਚਿਰ ਅੰਤਰ ਧਿਆਨ ਹੋ ਕੇ ਬੈਠੇ ਰਹੇ। ਫਿਰ ਜਦ ਨੇਤਰ ਖੁੱਲੇ ਤੇ ਮਹਾਰਾਜ ਜੀ ਮੁਸਕਰਾ ਕੇ ਕਹਿੰਦੇ, ਇਸ ਪਿੰਡ ਦੀ ਮਿੱਟੀ ਵਿੱਚੋਂ ਸਾਨੂੰ ਬੰਦਗੀ ਦੀ ਖੁਸ਼ਬੂ ਆ ਰਹੀ ਹੈ। ਇਸ ਪਿੰਡ ਦੇ ਜਰਿਆਂ ਵਿੱਚੋਂ ਸਾਨੂੰ ਕੋਈ ਬਹੁਤ ਵੱਡੀ ਭਵਿੱਖ ਦੀ ਬਾਣੀ ਦਿਸ ਰਹੀ ਹੈ। ਸਮਾਂ ਆਏਗਾ ਇੱਥੇ ਇੱਕ ਐਸਾ ਮਹਾਂਬਲੀ ਯੋਧਾ ਪ੍ਰਤਾਪੀ ਪੈਦਾ ਹੋਵੇਗਾ ਜਿਹਦੀਆਂ ਵਾਰਾਂ ਸੰਸਾਰ ਤੇ ਉਦੋਂ ਤੱਕ ਗਾਈਆਂ ਜਾਂਦੀਆਂ ਰਹਿਣਗੀਆਂ ਜਦੋਂ ਤੱਕ ਚੰਨ ਸੂਰਜ ਦੇ ਤਾਰੇ ਮੌਜੂਦ ਨੇ। ਆਓ ਮਹਾਂਪੁਰਖਾਂ ਦੇ ਪ੍ਰਕਾਸ਼ ਤੋਂ ਕਈ ਸਾਲ ਪਹਿਲਾਂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਦੇ ਨਗਰ ਦੀ ਧਰਤੀ ਨੂੰ ਨਵਾਜਦਿਆਂ ਹੋਇਆਂ ਜਿਵੇਂ ਭਵਿੱਖਬਾਣੀ ਕੀਤੀ ਕਿ ਇਸ ਨਗਰ ਵਿੱਚ ਇੱਕ ਮਹਾਂਬਲੀ ਯੋਧਾ ਪੈਦਾ ਹੋਏਗਾ ਔਰ ਉਹਨੂੰ ਸੰਸਾਰ ਯਾਦ ਕਰੇਗਾ। ਉਹ ਸਾਰੀ ਕਹਾਣੀ ਇਹਨਾਂ ਸ਼ਬਦਾਂ ਵਿੱਚੋਂ ਬਿਆਨ ਕੀਤੀ ਜਾ ਰਹੀ। ਗੱਗੋ ਬੂਹੇ ਪਿੰਡ ਸੀ ਇੱਕ ਦਿਨ 6ਵੇਂ ਸਤਿਗੁਰ ਆਏ, ਸੇਵਾ ਕਰਕੇ ਪਿੰਡ ਵਾਸੀਆਂ ਵਾਰ ਗੁਰਾਂ ਤੋਂ ਪਾਏ। ਖੁਸ਼ ਹੋ ਕੇ ਸਰਕਾਰ ਸੱਚੀ ਨੇ ਵਰ ਦਿੱਤਾ ਮਨਮੋਣਾ, ਸੰਤ ਸੂਰਮਾ ਬਲੀ ਬਹਾਦਰ ਪ੍ਰਗਟ ਇੱਥੇ ਹੋਣਾ। ਗੱਗੋ ਬੂਹੇ ਪਿੰਡ ਸੀ ਇੱਕ ਦਿਨ 6ਵੇਂ ਸਤਿਗੁਰ ਆਏ, ਸੇਵਾ ਕਰਕੇ ਪਿੰਡ ਵਾਸੀਆਂ ਵਾਰ ਗੁਰਾਂ ਤੋਂ ਪਾਏ। ਖੁਸ਼ ਹੋ ਕੇ ਸਰਕਾਰ ਸੱਚੀ ਨੇ ਵਰ ਦਿੱਤਾ ਮਨਮੋਣਾ, ਸੰਤ
ਉਸਨੇ ਕਰਨੀ ਤੱਕ ਕੇ ਉਸ ਮਰਦ ਦੀ ਜਗ ਨੇ ਟੈਣਾ ਚਰਨੀ। ਉਹ ਭਵਜਲ ਵਿੱਚੋਂ ਪਾਰ ਹੋਏਗਾ ਜਿਸ ਚਰਨਾਂ ਨੂੰ ਛੋਣਾ, ਸੰਤ ਸੂਰਮਾ ਬਲੀ ਬਹਾਦਰ ਪ੍ਰਗਟ ਇੱਥੇ ਹੋਣਾ। ਹੱਸਦਿਆਂ ਜਨਮ ਲਵੇਗਾ, ਹੱਸਦਿਆਂ ਜਨਮ ਲਵੇਗਾ ਉਸ ਦੀ ਖਾਸ ਨਿਸ਼ਾਨੀ। ਹਾਸੇ ਵੰਡੂ ਰੋਂਦੇ ਜਗਤ ਨੂੰ ਬਾਬਾ ਬ੍ਰਹਮ ਗਿਆਨੀ। ਉਹ ਹੁਸਨ ਦਾ ਬਾਦਸ਼ਾਹ ਬਾਲਕ ਯੂਸਫ ਤੋਂ ਵੱਧ ਸੋਹਣਾ, ਸੰਤ ਸੂਰਮਾ ਬਲੀ ਬਹਾਦਰ ਪ੍ਰਗਟ ਇੱਥੇ ਹੋਣਾ। ਸੁੰਦਰ ਸੰਡੋਲ ਸਰੀਰ ਹੋਵੇਗਾ ਕੱਦ ਕਾਠ ਦਾ ਉੱਚਾ, ਸਭ ਦੇ ਦਰਦ ਵੰਡਾਵਣ ਵਾਲਾ ਹੀਰਾ ਮਾਨਕ ਸੁੱਚਾ। ਸਜਦੀ ਲੜੀ ਪਰੋ ਕੇ ਜਗ ਨੂੰ ਧੋ ਦਊ ਧਰਮੀ ਧੋਣਾ, ਸੰਤ ਸੂਰਮਾ ਬਲੀ ਬਹਾਦਰ ਪ੍ਰਗਟ ਇੱਥੇ ਹੋਣਾ। ਨਿਰਮਲ ਬੁੱਧ ਤੇ ਗਿਆਨ ਦਾ ਸਾਗਰ, ਨਿਰਮਲ ਬੁੱਧ ਤੇ ਗਿਆਨ ਦਾ ਸਾਗਰ ਪਾਰਸ ਵਰਗਾ ਹਿਰਦਾ, ਚਰਨ ਉਸ ਨੇ ਜਿੱਥੇ ਪਾਉਣੇ ਝੁਕਣਾ ਹਿਰਦਾ ਗਿਰਦਾ। ਉਹ ਕਰਿਆ ਕਰੂ ਕਥਾ ਬਾਣੀ ਦੀ ਮੁਖ ਚੋਂ ਅੰਮ੍ਰਿਤ ਚੋਣਾ, ਸੰਤ ਸੂਰਮਾ ਬਲੀ ਬਹਾਦਰ ਪ੍ਰਗਟ ਇੱਥੇ ਹੋਣਾ। ਸੇਵਾ ਸਿਮਰਨ ਉਸ ਦੇ ਹਿੱਸੇ ਤੁਰ ਦਰਗਾਹੋਂ ਆਇਆ, ਸਤਕਾਰ ਜੋਗ ਹੋਣਗੇ ਮਾਪੇ ਹੋਊ ਜਨਾ ਦਾ ਜਾਇਆ। ਬੰਦਗੀ ਦਾ ਫਲ ਹੋਊ ਪਰਾਪਤ, ਬੰਦਗੀ ਦਾ ਫਲ ਹੋਊ ਪਰਾਪਤ, ਜੋ ਮਾਲਕ ਨੇ ਢੋਣਾ, ਸੰਤ ਸੂਰਮਾ ਬਲੀ ਬਹਾਦਰ ਪ੍ਰਗਟ ਇੱਥੇ ਹੋਣਾ। ਸਾਧ ਸੰਗਤ ਦੀ ਸੇਵਾ ਹੱਥੀ ਤਨੋ ਮਨੋ ਉਸ ਕਰਨੀ, ਹਿਰਦੇ ਰਾਮ ਵਸਾ ਕੇ ਉਸਨੇ ਬਿਖਮ ਨਦੀ ਹੈ ਤਰਨੀ। ਜੋ ਹਰਖ ਸੋਗ ਤੋਂ ਹੋਊ ਅਚੇਰਾ ਦੁੱਖ ਨਹੀਂ ਉਸ ਨੂੰ ਪੋਣਾ, ਸੰਤ ਸੂਰਮਾ ਬਲੀ ਬਹਾਦਰ ਪ੍ਰਗਟ ਇੱਥੇ ਹੋਣਾ। ਤਿਆ ਕੀ ਅਜਬ ਕਿਸਮ ਦਾ ਹੋ, ਤਿਆ ਕੀ ਅਜਬ ਕਿਸਮ ਦਾ ਕਦੇ ਕਦੇ ਕੋਈ ਆਉਂਦਾ, ਮਾਨ ਹੁੰਦਿਆਂ ਹੋ ਨਤਾਣਾ ਜੋ ਮਾਲਕ ਨੂੰ ਪਾਉਂਦਾ। ਸਾਵੇਂ ਉਸ ਦੇ ਝੂਠਾ ਬੰਦਾ, ਸਾਵੇਂ ਉਸ ਦੇ ਝੂਠਾ ਬੰਦਾ, ਪਲ ਨਿਕਲੇ ਖਲੋਣਾ, ਸੰਤ ਸੂਰਮਾ ਬਲੀ ਬਹਾਦਰ ਪ੍ਰਗਟ ਇੱਥੇ ਹੋਣਾ। ਜਿਸ ਦੀਆਂ ਵਾਰਾਂ ਕਵੀ ਕਵੀਸ਼ਰ ਸਦਾ ਵੈਣਗੇ ਗਾਉਂਦੇ, ਦਰਗਾਹਪੁਰੀਏ ਲਿਖ ਕੇ ਉਪਮਾ ਮਾਨ ਰਹਿਣਗੇ ਪਾਉਂਦੇ। ਉਹ ਜੋਗਾ ਸਿੰਘ ਦੇ ਜਥੇ ਕਵੀ ਸੁਰ ਜਿਸ ਨੇ ਦਰ ਤੇ ਗਾਉਣਾ, ਸੰਤ ਸੂਰਮਾ ਬਲੀ ਬਹਾਦਰ ਪ੍ਰਗਟ ਇੱਥੇ ਹੋਣਾ। ਅੱਜ ਦੇ ਵਿੱਚ ਤੁਹਾਡੇ ਇਸ ਪ੍ਰੋਗਰਾਮ ਨੂੰ ਲਾਈਵ ਟੈਲੀਕਾਸਟ ਤੋਂ ਵਿਖਾਇਆ ਜਾ ਰਿਹਾ ਹੈ। ਮੰਨਤ ਟੀਵੀ ਵਾਲੇ ਸਾਰੇ ਪ੍ਰੋਗਰਾਮ ਨੂੰ ਸੰਭਾਲ ਰਹੇ ਨੇ, ਉਹਨਾਂ ਦੀ ਸਮੁੱਚੀ ਟੀਮ ਦਾ ਸਾਡੇ ਜਥੇ ਵੱਲੋਂ ਬਹੁਤ ਬਹੁਤ ਧੰਨਵਾਦ ਹੈ। ਕਿਉਂਕਿ ਨਗਰਾਂ ਦੇ ਬਹੁਤ ਸਾਰੇ ਨੌਜਵਾਨ ਬਾਹਰ ਰਹਿੰਦੇ ਨੇ, ਬਹੁਤ ਸਾਰੇ ਵੀਰ ਫੌਜੀ ਹੁੰਦੇ, ਬਹੁਤ ਸਾਰੇ ਵੀਰ ਗੱਡੀਆਂ ਤੇ ਹੁੰਦੇ ਆ, ਉਹ ਫਿਰ ਕਈ ਵਾਰੀ ਜੋੜ ਮੇਲੇ ਤੇ ਆ ਨਹੀਂ ਹੁੰਦਾ ਉਹਨਾਂ ਕੋਲੋਂ, ਫਿਰ ਉਹ ਇਸ ਲਾਈਵ ਟੈਲੀਕਾਸਟ ਦੇ ਮਾਧਿਅਮ ਰਾਹੀਂ ਆਪਣੇ ਪਿੰਡ ਦੀ ਧਰਤੀ ਨੂੰ ਦੂਰ ਬੈਠੇ ਨਮਸਕਾਰ ਕਰ ਲੈਂਦੇ। ਗੁਰਦੇਵ ਪਾਤਸ਼ਾਹ ਮਹਾਰਾਜ ਉਹਨਾਂ ਬਾਹਰ ਵਸਦੇ ਸਾਰੇ ਸੱਜਣਾਂ ਨੂੰ ਚੜ੍ਹਦੀ ਕਲਾ ਬਖਸ਼ੇ। ਬਾਪੂ ਦਦਾਰ ਸਿੰਘ ਜੀ ਇੱਕ 100 ਦਮੜਾ ਮਾਇਆ ਅਰਦਾਸ ਕਰਾ ਗਏ। ਉਹ ਕਹਿੰਦੇ ਅਰਦਾਸ ਕਰੋ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਵੀ ਜਿਹੜੇ ਸਾਡੇ ਸਿੰਘ ਜੇਲਾਂ ਕੱਟ ਚੁੱਕੇ ਨੇ, ਸਜ਼ਾਵਾਂ ਕੱਟ ਚੁੱਕੇ ਨੇ ਔਰ ਜੇਲਾਂ ਵਿੱਚ ਸੜ ਰਹੇ ਨੇ ਬਿਨਾਂ ਕਸੂਰੋਂ ਹੀ, ਭਾਰਤ ਦੀਆਂ ਵੱਖ-ਵੱਖ ਜੇਲਾਂ ਵਿੱਚ ਉਹਨਾਂ ਨੂੰ ਸਤਿਗੁਰੂ ਜੀ ਰਿਹਾਈ ਬਖਸ਼ੇ। ਤੇ ਸਤਿਗੁਰੂ ਜੀ ਹੀ ਬਖਸ਼ ਸਕਦੇ ਆ। ਵੇਖੋ ਸਰਕਾਰਾਂ ਦੀਆਂ ਨੀਤਾਂ, ਰਿਹਾ ਤਾਂ ਕੀ ਕਰਨਾ ਹੈ। ਰਿਹਾਈ ਦਾ ਇੱਕ ਗੀਤ ਕੰਵਰ ਗਰੇਵਾਲ ਨੇ ਬੋਲਿਆ ਹੈ ਤੇ ਉਸ ਗੀਤ ਤੇ ਬੈਨ ਲਾਤਾ। ਜਿਹੜੀਆਂ ਸਰਕਾਰਾਂ ਉਹਨਾਂ ਦੀ ਗੱਲ ਕਰਨ ਵਾਲੇ ਗੀਤਾਂ ਤੇ ਪਾਬੰਦੀਆਂ ਲਾਉਂਦੀਆਂ ਨੇ,
ਉਹ ਸਿੱਖ ਕੌਮ ਦੇ ਉਹਨਾਂ ਯੋਧਿਆਂ ਨੂੰ ਰਿਹਾ ਕਰਨ ਪ੍ਰਤੀ ਕੀ ਨਜ਼ਰੀਆ ਰੱਖਦੀਆਂ ਨੇ। ਗੱਲ ਸਾਰੀ ਉਹ ਜਿਹੜੀ ਹੈ ਉਹ ਸਾਹਮਣੇ ਹੈ। ਔਰ ਯਾਦ ਰੱਖੋ ਦੂਜੇ ਬੰਨੇ ਬਾਬਾ ਜਰਨੈਲ ਸਿੰਘ ਜੀ ਨੇ ਗੱਲ ਕਹੀ ਸੀ ਵੀ 1947 ਵਿੱਚ ਦੇਸ਼ ਆਜ਼ਾਦ ਹੋ ਗਿਆ, ਗੱਲ ਪੱਕੀ ਹੈ, ਪਰ ਸਿੱਖ ਇੱਕ ਗੁਲਾਮੀ ਚੋਂ ਨਿਕਲਿਆ ਤੇ ਦੂਜੀ ਗੁਲਾਮੀ ਵੱਲ ਚਲਾ ਗਿਆ। ਅੰਗਰੇਜ਼ਾਂ ਤੋਂ ਛੁੱਟੇ ਤੇ ਦੂਜਿਆਂ ਦੇ ਗੁਲਾਮ ਹੋ ਗਏ, ਦਿੱਲੀ ਵਾਲਿਆਂ ਦੇ। ਝੂਠੇ ਸੌਦੇ ਵਾਲੇ ਨੂੰ ਡਬਲ ਕੈਦ ਹੋਈ ਔਰ ਉਹਨੂੰ ਪਹਿਲਾਂ ਵੀ 21 ਦਿਨ ਦੀ ਰਿਹਾਈ ਮਿਲ ਗਈ ਜਦੋਂ ਇਲੈਕਸ਼ਨ ਚੱਲ ਰਹੀ ਸੀ। ਹੁਣ ਉਹਨੂੰ ਫਿਰ ਮਹੀਨੇ ਦੀ ਰਿਹਾਈ ਦੇ ਦਿੱਤੀ ਹੈ। ਪਤਾ ਨਹੀਂ ਹਿੰਦੁਸਤਾਨ ਦੀ ਸਰਕਾਰ ਦਾ ਉਹ ਕਿਹੜਾ ਕੰਮ ਅੜਿਆ ਸੀ ਜਿਹੜਾ ਉਹਦੇ ਤੋਂ ਬਿਨਾਂ ਨਹੀਂ ਸੀ ਹੋ ਸਕਦਾ। ਇੱਥੋਂ ਪਤਾ ਲੱਗਦਾ ਹੈ ਵੀ ਸਰਕਾਰ ਸਿੱਖਾਂ ਨੂੰ ਗੁਲਾਮ ਹੋਣ ਦਾ ਅਹਿਸਾਸ ਕਿਵੇਂ ਕਰਾਉਣਾ ਚਾਹੁੰਦੀ ਹੈ। ਸੋ ਗੁਰੂ ਮਹਾਰਾਜ ਕਿਰਪਾ ਕਰ ਦੇਣ, ਕੋਈ ਇਦਾਂ ਦਾ ਵਿਧ ਬਣ ਜਾਏ। ਉਹ ਵੀ ਤਾਂ ਬਣਨੀ ਹੈ ਜੇ ਕੌਮ ਇੱਕ ਝੰਡੇ ਥੱਲੇ ਇਕੱਤਰ ਰਹੇਗੀ। ਜੇ ਵੱਖ-ਵੱਖ ਪਾਰਟੀਆਂ ਵਿੱਚ ਉਸ ਵਿੱਚ ਨਹੀਂ ਬਣਦੀ, ਇਹਨਾਂ ਦੀ ਗੱਲ ਕੌਣ ਸੁਣੇਗਾ। ਜਿੱਦਾਂ ਕਿਸਾਨੀ ਦਾ ਮੋਰਚਾ ਇਕਜੁੱਟ ਹੋ ਕੇ ਜਾਨ ਤਲੀ ਤੇ ਰੱਖ ਕੇ ਲੜਿਆ, ਕਿਤੇ ਇਦਾਂ ਕੌਮ ਹੱਲਾ ਮਾਰੇ ਤੇ ਹੋ ਸਕਦਾ ਉਹਨਾਂ ਦੀਆਂ ਜਿਹੜੀਆਂ ਜ਼ਿੰਦਗੀਆਂ ਉਹ ਸਲਾਖਾਂ ਤੋਂ ਬਾਹਰ ਆ ਜਾਣ ਤੇ ਉਹ ਆਪਣੀ ਕੌਮ ਦਾ ਧੰਨਵਾਦ ਕਰਨ। ਖੈਰ ਹੋਰ ਬਹੁਤ ਸਾਰੀ ਗੁਰੂ ਕੀ ਸੰਗਤ ਵੱਲੋਂ ਮਾਇਆ ਅਰਦਾਸ ਹੈ, ਮਹਾਰਾਜ ਚੜ੍ਹਦੀ ਕਲਾ ਬਖਸ਼ੇ। ਵੀਰ ਗੁਰਪ੍ਰੀਤ ਸਿੰਘ ਜੀ ਕਵੀਸ਼ੇ ਰੱਤੇ ਗੁੱਦੇ ਵਾਲੇ, ਉਹਨਾਂ ਵੱਲੋਂ ਮਾਇਆ ਆਈ, ਛੋਟਾ ਜਿਹਾ ਕਾਕਾ ਮਾਇਆ ਅਰਦਾਸ ਕਰਾ ਗਿਆ। ਆਓ ਤਵੱਜੋ ਦਿਓ, ਬਾਬਾ ਵੀਰ ਸਿੰਘ ਜੀ ਦੇ ਆਗਮਨ ਤੋਂ ਪਹਿਲਾਂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੀ ਮਹਾਨ ਬਖਸ਼ਿਸ਼। ਸਮਾਂ ਆਇਆ 3 ਸਾਉਣ ਨੂੰ ਉਹਨਾਂ ਦਾ ਪ੍ਰਕਾਸ਼ ਹੋਇਆ। ਸਰਦਾਰ ਸੇਵਾ ਸਿੰਘ ਜੀ ਦੇ ਗ੍ਰਹਿ ਵਿਖੇ ਮਾਤਾ ਧਰਮ ਕੌਰ ਦੀ ਕੁੱਖ ਭੈਣਾਂ ਬੈਠੀਆਂ। ਗਿਆਨੀ ਸੰਤ ਸਿੰਘ ਜੀ ਮਸਕੀਨ ਸਾਹਿਬ ਜੀ ਨੂੰ ਵਿਦਿਆ ਦੇ ਮਾਰਤੰਡ ਕਿਹਾ ਜਾਂਦਾ। ਉਹ ਕਹਿੰਦੇ ਹੁੰਦੇ ਸੀ ਵੀ ਆ ਜਿਹੜਾ ਬ੍ਰਹਿਮੰਡ ਇਹਦੇ ਵਿੱਚ ਬਹੁਤ ਕੁਝ ਇਸ ਤਰ੍ਹਾਂ ਦਾ ਹੈ ਜੋ ਇਹਨਾਂ ਅੱਖਾਂ ਨਾਲ ਨਹੀਂ ਦਿਸਦਾ। ਸੂਖਮ ਬਹੁਤ ਸਾਰੀਆਂ ਰੂਹਾਂ ਵਿਚ ਰਹੀਆਂ ਨੇ ਤੇ ਜਦੋਂ ਕਿਸੇ ਮਹਾਨ ਆਤਮਾ ਨੂੰ ਪਰਮੇਸ਼ਰ ਨੇ ਸੰਸਾਰ ਤੇ ਭੇਜਣਾ ਹੁੰਦਾ ਸਰੀਰਕ ਰੂਪ ਦੇ ਕੇ, ਫਿਰ ਵਾਹਿਗੁਰੂ ਸਭ ਤੋਂ ਪਹਿਲਾਂ ਮਾਂ ਦੀ ਚੋਣ ਕਰਦਾ ਹੈ। ਕੋ ਸਤਨਾਮ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਲਿਖਿਆ ਨਹੀਂ, ਤਾਤ ਮਾਤ ਮੁਰ ਲਖ ਅਰਾਧਾ ਬਹੁ ਵਿਧ ਜੋਗ ਸਾਧਨਾ ਸਾਧਾ ਤਿਨ ਜੋ ਕਰੀ ਇਲਾਕੀ ਸੇਵਾ ਤਾਂ ਤੇ ਬਹਿ ਪ੍ਰਸੰਨ ਕਰਦੇ। ਜਨਨੀ ਜਨੇ ਤੋਂ ਭਗਤ ਜਨ ਕਹਿ ਦਾਤਾ ਕਾ ਸੂਰ, ਨਹੀਂ तो जननी बांझ रहा काहे न गवावे नूर। उस धर्मी मां दे घर बाबा वीर सिंह जी पैदा होए और बचपन तो ही मां ने उन्होंने जपजी साहिब दी लोरियां नाल पालिया। माता खुद नितनेमन होवे ते बच्चा उहदे तो बहुत कुछ सिखदा। बाबा फरीद जी ने सारा कुछ मां तो सिखिया। पुछदा मां नूं, माता तू काम करदी करदी काम छड़ दिनी है ते नमाज पढ़न लग पैनी, ਇਹਦਾ ਕੀ ਮਤਲਬ? ਤਾਂ ਉਹਨੇ ਛਾਤੀ ਨਾਲ ਲਾ ਕੇ ਆਖਿਆ ਸੀ, ਫਰੀਦ ਅੱਲਾਹ ਤਾਲਾ ਨੇ ਮਨੁੱਖ ਨੂੰ ਬੰਦਗੀ ਕਰਨ ਵਾਸਤੇ ਭੇਜਿਆ, ਇਸ ਕਰਕੇ ਇਹ ਕੰਮ ਸਾਰਿਆਂ ਕੰਮਾਂ ਤੋਂ ਜ਼ਰੂਰੀ ਹੈ। ਮੇਰੇ ਬਾਕੀ ਦੇ ਕੰਮ ਭਾਵੇਂ ਰਹਿ ਜਾਣ, ਲੇਕਿਨ ਮੈਂ 5 ਵਕਤ ਦੀ ਨਮਾਜ਼ ਦਾ ਕਦੇ ਸਮਾਂ ਨਹੀਂ ਖੁੰਝਣ ਦਿੰਦਾ। ਤਾਂ ਇਹ ਇੱਕ ਰੋਲ ਮਾਡਲ ਹੁੰਦਾ। ਔਰ ਮਾਤਾ ਦੇ ਨਿਤਨੇਮ ਤੋਂ ਬਾਬਾ ਵੀਰ ਸਿੰਘ ਜੀ ਨੇ ਬਹੁਤ ਕੁਝ ਸਿੱਖਿਆ। ਜਵਾਨ ਹੋਏ, ਉਹਨਾਂ ਦੇ ਪਿਤਾ ਜੀ ਮਹਾਰਾਜਾ ਰਣਜੀਤ ਸਿੰਘ ਜੀ ਦੀ ਫੌਜ ਵਿੱਚ ਨੌਕਰੀ ਕਰਦੇ ਸੀ, ਆਪਾਂ ਜਾਣਦੇ ਹਾਂ। ਉਹਨਾਂ ਦੀ ਸ਼ਹਾਦਤ ਹੋਈ ਔਰ ਬਾਬਾ ਵੀਰ ਸਿੰਘ ਜੀ ਨੂੰ ਉਹਨਾਂ ਦੀ ਜਗ੍ਹਾ ਭਰਤੀ ਕਰ ਲਿਆ ਗਿਆ। ਹੁਣ ਫੌਜ ਵਿੱਚ ਡਿਊਟੀ ਕਰਦੇ ਆ, ਨਿਤਨੇਮ ਨਹੀਂ ਛੱਡਦੇ। ਅੱਧੀ ਅੱਧੀ ਰਾਤ ਜਾ ਕੇ ਮਹਾਰਾਜ ਦੀ ਗੁਰਬਾਣੀ ਪੜ੍ਹਦੇ। ਉਹਨਾਂ ਦੇ ਵੱਡੇ ਕਮਾਂਡਰ ਨੇ ਖੁਸ਼ ਹੋ ਕੇ ਉਹਨਾਂ ਦਾ ਰਾਤ ਦਾ ਪਹਿਰਾ ਖਤਮ ਕਰ ਦਿੱਤਾ ਕਿ ਬਾਬਾ ਵੀਰ ਸਿੰਘ ਜੀ ਦੀ ਬੰਦਗੀ ਸਦਕਾ ਸਿੱਖ ਰਾਜ ਦੀ ਚੜ੍ਹਦੀ ਕਲਾ ਹੈ। ਇਤਿਹਾਸ ਵਿੱਚ ਲਿਖਿਆ ਮਿਲਦਾ, ਇਸ਼ਕ ਦੀ ਇਸ ਲਗਨ ਨੇ ਬਾਬਾ ਜੀ ਨੂੰ ਕਿਸ ਕਦਰ ਮੰਜ਼ਿਲ ਤੇ ਪਹੁੰਚਾਇਆ। ਪਸ਼ੌਰ ਦੇ ਨੇੜੇ ਲੜਦਿਆਂ ਲੜਦਿਆਂ ਸ਼ਸਤਰ ਟੁੱਟ ਗਿਆ। ਗੁਰੂ ਕਲਗੀਆਂ ਵਾਲੇ ਨੇ ਹੱਥ ਦੇ ਕੇ ਬਚਾਇਆ। ਔਰ ਬਾਬਾ ਜੀ ਕਹਿੰਦੇ ਇਸ ਤਰ੍ਹਾਂ ਜਿਵੇਂ ਮੱਖਣ ਚੋਂ ਵਾਲ ਕੱਢ ਲਈਦਾ ਹੈ, ਮੇਰੇ ਗੁਰੂ ਕਲਗੀਆਂ ਵਾਲੇ ਨੇ ਮੈਨੂੰ ਇਸ ਤਰ੍ਹਾਂ ਕੱਢਿਆ ਮੌਤ ਦੇ ਫੰਦੇ ਵਿੱਚ। ਬਾਬਾ ਜੀ ਦੇ ਮਨ ਵਿੱਚ ਆਇਆ, ਬਾਕੀ ਦੀ ਜ਼ਿੰਦਗੀ ਹੁਣ ਬੰਦਗੀ ਕਰਕੇ ਗੁਜ਼ਾਰਨੀ ਚਾਹੀਦੀ। ਚੰਦਾ ਸਿੰਘ ਜੀ ਨਰੰਗਾਬਾਦ ਵਾਲੇ, ਉਹਨਾਂ ਕੋਲ ਆਪਣੇ ਦਿਲ ਦੀ ਗੱਲ ਰੱਖੀ ਕਿ ਮੈਂ ਸਾਰੀ ਜ਼ਿੰਦਗੀ ਪਰਮੇਸ਼ਰ ਦੀ ਭਜਨ ਬੰਦਗੀ ਵਿੱਚ ਗੁਜ਼ਾਰਨੀ ਚਾਹੁੰਦਾ ਤੇ ਮੈਨੂੰ
ਕੋਈ ਰਾਹ ਦੱਸ ਦੇ। ਉਹਨਾਂ ਨੇ ਬਾਬਾ ਭਾਗ ਸਿੰਘ ਜੀ ਕੁਰੀ ਵਾਲਿਆਂ ਦੀ ਦੱਸ ਪਾਈ, ਜਿਹੜੇ ਉਸ ਵੇਲੇ ਬੜੇ ਪਹੁੰਚੇ ਹੋਏ ਮਹਾਂਪੁਰਖ ਸੀ। ਇਹ ਉੱਥੇ ਚਲੇ ਗਏ। ਉਹਨਾਂ ਨੇ ਇਹਨਾਂ ਦੇ ਮਸਤਕ ਵਿੱਚ ਬੰਦਗੀ ਦੀ ਤਕਦੀਰ ਲਿਖ ਦਿੱਤੀ ਔਰ ਰਾਤ ਦਿਨ ਬੰਦਗੀ ਵਿੱਚ ਲੱਗੇ ਰਹਿਣਾ। ਫਿਰ ਸਾਹਿਬ ਸਿੰਘ ਜੀ ਊਨੇ ਵਾਲਿਆਂ ਪਾਸ ਭੇਜਿਆ ਤਾਂ ਕਿ ਟ੍ਰੇਨਿੰਗ ਪੂਰੀ ਹੋ ਜਾਏ। ਬਾਬਾ ਸਾਹਿਬ ਸਿੰਘ ਜੀ ਕੋਲ ਆ ਗਏ। ਉਹਨਾਂ ਨੇ ਹੋਰ ਕਿਰਪਾ ਕਰ ਦਿੱਤੀ, ਅੰਦਰ ਦੀ ਅੱਖ ਖੁੱਲ ਗਈ ਤੇ ਹੁਣ ਬਾਬਾ ਵੀਰ ਸਿੰਘ ਜੀ ਦੇ ਬਚਨ ਸੱਚ ਹੋਣ ਲੱਗ ਪਏ। ਫਿਰ ਉਹਨਾਂ ਨੇ ਪੱਕਾ ਡੇਰਾ ਨਰੰਗਾਬਾਦ ਲਾ ਲਿਆ। ਇਸੇ ਕਰਕੇ ਉਹਨਾਂ ਨੂੰ ਬਾਬਾ ਵੀਰ ਸਿੰਘ ਜੀ ਨਰੰਗਾਬਾਦ ਵਾਲੇ ਵੀ ਕਿਹਾ ਜਾਂਦਾ। ਇਹ ਸੜਕ ਉਦੋਂ ਬਹੁਤ ਵਗਦੀ ਸੀ ਔਰ ਆਉਂਦੇ ਜਾਂਦੇ ਰਾਹੀ ਉਹਨਾਂ ਦੇ ਡੇਰੇ ਤੋਂ ਪ੍ਰਸ਼ਾਦ ਛਕਣ ਲੱਗਦੇ। ਹੌਲੀ ਹੌਲੀ ਗਿਣਤੀ ਵੱਧਦੀ ਇੰਨੀ ਵੱਧ ਗਈ ਕਿ 10-10 ਹਜ਼ਾਰ ਦੀ ਪੰਗਤ ਬਾਬਾ ਵੀਰ ਸਿੰਘ ਜੀ ਦੇ ਲੰਗਰ ਵਿੱਚ ਲੱਗਦੀ। ਲੱਖਾਂ ਲੋਕ ਰੋਜ਼ ਪ੍ਰਸ਼ਾਦਾ ਛਕ ਜਾਂਦੇ ਪਰ ਕਦੇ ਟੋਟ ਨਾ ਆਉਂਦੇ। 1831 ਵਿੱਚ ਪਲੇਗ ਪੈ ਗਈ ਆਪਣੇ ਮਾਝੇ ਦੇ ਇਲਾਕੇ ਵਿੱਚ। ਇੱਕ ਦਾ ਸੰਸਕਾਰ ਕਰਕੇ ਲੋਕ ਆਉਣ ਤੇ ਦੂਜਾ ਦਮ ਤੋੜ ਜਾ, ਦੂਜੇ ਨੂੰ ਸੰਭਾਲ ਕੇ ਆਉਣ ਤੇ ਤੀਜਾ ਮਰ ਜਾ। ਬੜੀ ਭਿਆਨਕ ਬਿਮਾਰੀ। ਬਾਬਾ ਵੀਰ ਸਿੰਘ ਜੀ ਰਾਤ ਦਿਨ ਤਪ ਕਰਨ ਲੱਗ ਪਏ। ਤਪ ਕਰਦਿਆਂ ਉਸ ਖੂਹ ਤੇ ਬਖਸ਼ਿਸ਼ ਕਰਕੇ ਕਹਿੰਦੇ ਵੀ ਇਸ ਖੂਹ ਦਾ ਜਲ ਲੈ ਜਾਓ ਤੇ ਪਿੰਡ ਜਾ ਕੇ ਆਪਣੇ ਜਲ ਵਿੱਚ ਮਿਲਾ ਕੇ ਛਕਾਓ, ਛੱਟੇ ਮਾਰੋ ਤੇ ਬਿਮਾਰੀ ਦੂਰ ਹੋ ਜਾਏਗੀ। ਮਹਾਂਪੁਰਖਾਂ ਦੀ ਇਸ ਕਿਰਪਾ ਨਾਲ ਲੋਕ ਰਾਜੀ ਹੋਏ। ਦੁਆ ਵੀ ਕੀਤੀ। ਮਹਾਰਾਜੇ ਰਣਜੀਤ ਸਿੰਘ ਨੂੰ ਪਤਾ ਲੱਗਾ, ਆਪ ਮਿਲਣ ਵਾਸਤੇ ਆਇਆ। ਹਾਥੀ ਤੋਂ ਉਤਰ ਕੇ ਨੰਗੇ ਪੈਰੇ। ਕਿਸੇ ਨੇ ਆਖਿਆ, ਸ਼ੇਰੇ ਪੰਜਾਬ ਇੱਕ ਸਾਧੂ ਹੀ ਹੈ ਨਾ, ਜੋੜਾ ਨਹੀਂ ਲਾਉਣਾ ਚਾਹੀਦਾ। ਤਾਂ ਸ਼ੇਰੇ ਪੰਜਾਬ ਜੀ ਕਹਿਣ ਲੱਗੇ, ਇਹ ਆਮ ਸਾਧੂ ਨਹੀਂ ਹੈ। ਬਾਬਾ ਵੀਰ ਸਿੰਘ ਜੀ ਰੱਬ ਤੱਕ ਪਹੁੰਚ ਰੱਖਣ ਵਾਲੇ ਸਾਧੂ ਨੇ। ਤੇ ਜੇ ਸਾਧੂਆਂ ਦੇ ਡੇਰੇ ਜਾਣਾ ਹੋਏ, ਮਹਾਰਾਜਾ ਬਣ ਕੇ ਨਹੀਂ ਜਾਣਾ ਚਾਹੀਦਾ, ਨਿਮਾਣੇ ਬਣ ਕੇ ਜਾਣਾ ਚਾਹੀਦਾ। ਮੱਥਾ ਟੇਕਿਆ। ਮਹਾਂਪੁਰਖੋ ਤੁਸੀਂ ਬੜੀ ਸੇਵਾ ਕੀਤੀ ਹੈ, ਜੇ ਚਾਹੋ ਤੇ ਕੁਝ ਮੈਂ ਵੀ ਹਿੱਸਾ ਪਾ ਲਵਾਂ। ਬਾਬਾ ਵੀਰ ਸਿੰਘ ਜੀ ਐਡੇ ਦਿਆਲੂ ਸੀ, ਕਹਿੰਦੇ ਕੋਈ ਨਹੀਂ ਸ਼ੇਰੇ ਪੰਜਾਬ, ਜੇ ਸਾਨੂੰ ਲੋੜ ਹੋਈ ਤੇ ਅਸੀਂ ਆਪ ਹੀ ਤੇ ਇੱਥੋਂ ਮੰਗ ਲਾਂਗੇ। ਪਰ ਇਹ ਲੰਗਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ, ਇਹ ਇਦਾਂ ਚੱਲਦਾ ਰਹੇ। ਸਮਾਂ ਆਇਆ, ਸ਼ੇਰੇ ਪੰਜਾਬ ਜੀ ਤੁਰ ਗਏ। ਉਹਨਾਂ ਤੋਂ ਬਾਅਦ ਜੋ ਹੋਇਆ ਉਹ ਆਪਾਂ ਸਾਰਿਆਂ ਨੂੰ ਪਤਾ ਹੈ। ਦਿਲ ਕੇ फफूले जले उठे सीने के दाग से, इस घर को आग लग गई घर ही के चिराग से। साडी दुनिया बड़ी न्यारी है, साडी बर्बादी भी लोकां नालों वखरी है, साडी आज़ादी भी लोकां नालों वखरी है। असीं चरखड़ियां ते चढ़दे चढ़दे ते खोपरियां लवाउंदे लाहौर दे तख्त ते जाके बह गए। एक समा जदों लाहौर तो हुक्म जारी होया कि जिथे कोई सिख मिले उहदा सिर वढ़ के लै आओ ते 80 रुपये लै जाओ। कदे समा आया उसे ही लाहौर तो साडे हुक्म जारी होए, दरे खैबर तक झंडे झुले, लेह लद्दाख दीयां पहाड़ियां तक साडे निशान झुले। महाराजे दा जरनैल इलियट फ्रांस दा रहण वाला सी, 1 साल की छुट्टी लैके फ्रांस गया। फ्रांस विच जाके उन्हें महाराजे दे राज दीयां सिफतां कीतियां कि महाराजे दे राज विच 60% मुसलमान ने, 25% हिंदू ने ते 15% सिख ने, और इस तरह का राज प्रबंध है। फ्रांस के बादशाह ने उहदे कोलों कई दिन सिख राज का प्रबंध सुनिया ते जद वो छुट्टी कट के वापस आया, महाराजे रणजीत सिंह नूं एक चिट्ठी लिखी, शेरे पंजाब मैं तुहाडे दर्शन तो नहीं कर सकिया, पर तुहाडे जरनैल ने मैनूं तुहाडे राज प्रबंध बारे दस्सिया और मेरा मन खुश होया ते फ्रांस की ताकत तुहानूं सजदा करदी है, कदे लोड़ पई ते सुनिया कर लिया। किस तरह का राज होवेगा तुहाडा? वड्डियां वड्डियां ताकतां चुकदियां। लेकिन उहदे जाण तो बाद साडी दुनिया उजड़ गई, असीं फकीर हो गए। वो जिहड़ा वड्डा महल बनाया सी वो ढह ढेरी होया। एक नहीं दो नहीं, कई राजे मरे, कई वजीर मरे। ध्यान सिंह ने जिहड़ी अग बाली सी उहदे विच कंवर खड़क सिंह, चेत सिंह, नौ निहाल सिंह, बाकी दीयां गल्लां छड्डो, उस बलदी हुई अग विच महाराणी चंद कौरा, शाम सिंह की बेटी नानकी, नानकी का अणजम्मिया बच्चा संधा वालीए, शेर सिंह, पता नहीं किन्ने लोग उहदे विच पसों हो गए। उही बलदी बलदी अग लाहौर तो तुरी ते बाबा वीर सिंह जी के डेरे तक किवें पहुंची, ये सारी दर्द कहानी एक कली विच क्यों बने की जा रही। मिट्टी दे विच रुल गए किवें मालिक तख्तां दे, दसनी मैं चाहुंदा संगते दर्द कहानी।
ਦੱਸਣੀ ਮੈਂ ਚਾਹੁੰਦਾ ਸੰਗ ਤੇ ਦਰਦ ਕਹਾਣੀ। ਲੋਕੀ ਪੁੱਛਦੇ ਕਿਵੇਂ ਰਾਜ ਚਲਾ ਗਿਆ ਸਿੱਖਾਂ ਦਾ। ਓਏ ਆਖਰ ਕੀ ਹੋਇਆ ਤੇ ਕਿਵੇਂ ਉਲਝ ਗਈ ਤਾਣੀ। ਇਹ ਤਾਂ ਅਸਲ ਹਕੀਕਤ ਜਿਸ ਨੂੰ ਦੁਨੀਆ ਜਾਣਦੀ। ਓ ਸਾਵੇਂ ਮੌਤ ਨਹੀਂ ਉਹ ਪੇਸ਼ ਕਿਸੇ ਦੀ ਜਾਣੀ। ਉਸੇ ਮੌਤ ਨੇ ਖਾ ਲਿਆ ਬੰਕਾ ਸ਼ੇਰ ਪੰਜਾਬ ਦਾ ਸੱਚ ਆਖਣ। ਉਸੇ ਮੌਤ ਨੇ ਖਾ ਲਿਆ ਬੰਕਾ ਸ਼ੇਰ ਪੰਜਾਬ ਦਾ। ਓਏ ਉਸਨੂੰ ਚੂਰੇ ਅੱਜ ਤੱਕ ਪੰਜ ਦਰਿਆ ਦਾ ਪਾਣੀ ਸੱਚ ਆਖਾਂ। ਉਸਨੂੰ ਚੂਰੇ ਅੱਜ ਤੱਕ ਪੰਜ ਦਰਿਆ ਦਾ ਪਾਣੀ। ਉਸਦੇ ਜਾਣ ਤੇ ਮਗਰੋਂ ਭੱਜ ਗਿਆ ਮੁੱਢ ਬਰਬਾਦੀ ਦਾ। ਉਹ ਹੋ ਗਈ ਰਾਜ ਤੇ ਕਾਬਜ ਡੋਗਰਿਆਂ ਦੀ ਢਾਣੀ। ਜਿਹੜਾ ਰੁੱਖ ਨੇ ਕੀ ਦਾ ਲਾਇਆ ਸੀ ਮਹਾਰਾਜੇ ਨੇ। ਉਹ ਸੰਗੀ ਆਪਣਿਆਂ ਨੇ ਇੱਕ ਇੱਕ ਉਸ ਦੀ ਟਾਣੀ। ਉਹ ਚੰਦਰੀ ਪੁੱਟ ਨੇ ਜਾਲ ਵਿਛਾ ਲਿਆ ਧੋਖੇਬਾਜ਼ੀ ਦਾ। ਓਏ ਆ ਗਈ ਖੁਦ ਗਰਜੀ ਤੇ ਉੱਡ ਗਈ ਸੋਚ ਸਿਆਣੀ। ਐਸੀ ਅੱਗ ਈਰਖਾ ਬਾਲੀ ਧਨ ਵਜ਼ੀਰ ਨੇ। ਉਹ ਜ਼ਿੰਦਗੀ ਖੜਕ ਸਿੰਘ ਦੀ ਹੋ ਗਈ ਪੇਟ ਨਮਾਣੀ। ਉਸਦੀ ਜਖਾਇਓ ਦਾਲੇ ਲੋਕੀ ਹੋ ਕੇ ਪਰਦੇਸੀ ਮੈਂ ਸਦਕੇ। ਉਸਦੀ ਜਖਾਇਓ ਦਾਲੇ ਲੋਕੀ ਹੋ ਕੇ ਪਰਦੇਸੀ। ਉਹ ਹਰ ਇੱਕ ਅੱਖ ਸੀ ਰੋਂਦੀ ਉੱਥੇ ਦਰਦ ਵਹਾਣੀ। ਕਰ ਸੰਸਕਾਰ ਪਿਤਾ ਦਾ ਤੁਰਿਆ ਕਬਰ ਨਿਹਾਲ ਜਾ। ਉਹ ਚੱਲੀਏ ਵੱਲ ਕਿਲੇ ਦੇ ਦਿਲ ਅੰਦਰ ਉਸ ਠਾਣੀ। ਉੱਡਦਾ ਪੰਛੀ ਪਿੰਜਰੇ ਪਾਲਿਆ ਨੀਤੀ ਮੰਨਾਂ ਨੇ। ਉਹ ਦੱਬਿਆ ਹੇਠ ਛਲੇ ਦੇ ਮੁੜ ਨਹੀਂ ਸ਼ਕਲ ਵਖਾਣੀ। ਸੱਚ ਅੱਖਾਂ ਦੱਬਿਆ ਹੇਠ ਸਜੇ ਦੇ ਮੁੜ ਨਹੀਂ ਸ਼ਕਲ ਵਖਾਣੀ। ਪੱਥਰਾਂ ਦੇ ਨਾਲ ਉਸ ਨੂੰ ਕੋ ਮਾਰਿਆ ਦੁਸ਼ਟਾਂ ਨੇ। ਉਹ ਮੱਛੀ ਵਾਂਗ ਵਿਲਕਦਾ ਮੰਗਦਾ ਰਾ ਘੁੱਟ ਪਾਣੀ। ਕੀ ਕਹਿਤੀ ਬਿਜਲੀ ਮਹਾਰਾਣੀ ਚੰਦ ਕੌਰ ਤੇ। ਉਹ ਕੰਦਰਾਂ ਦੇ ਨਾਲ ਮਾਰੇ ਟਕਰਾ ਜੀ ਪਿਆਣੀ। ਗੱਭਰੂ ਸ਼ੈਲ ਸ਼ਬੀਲਾ ਸੀ ਪੋਤਾ ਰਣਜੀਤ ਦਾ। ਉਹ ਰੁਲ ਗਿਆ ਭੰਗ ਦੇ ਪਹਾੜੇ ਮੁੜ ਕਿਸੇ ਨਾ ਜਾਣੀ। ਤਾਂ ਘਾਤੀ ਉਸ ਦੀ ਕੁਲ ਦਾ ਪਾਪੀ ਡੋਗਰਿਆਂ। ਉਹ ਮਾਰੀ ਚੰਦ ਕੋਰਾਂ ਤੇ ਨਾਲ ਕੰਵਰ ਦੀ ਰਾਣੀ। ਮਾਰਿਆ ਸ਼ੇਰ ਸਿੰਘ ਵੀ 1843 ਨੂੰ। ਉਹ ਸੰਦਾ ਵਾਲੀਆਂ ਆਖਰ ਕੱਢ ਲਈ ਕਸਰ ਪਰਾਣੀ। ਉਸੇ ਦਿਨ ਹੀ ਵੱਜੀ ਗੋਲੀ ਧਨ ਵਜ਼ੀਰ ਦੇ। ਉਹ ਮਾਰੀ ਜੀਤ ਸਿੰਘ ਨੇ ਲੰਘ ਗਈ ਛਾਤੀ ਥਾਣੀ। ਉਸ ਤੋਂ ਅਗਲੇ ਦਿਨ ਹੀ ਸੰਦਾ ਵਾਲੀਏ ਮਾਰੇ ਗਏ ਸੱਜ ਆਖਾਂ। ਉਸ ਤੋਂ ਅਗਲੇ ਦਿਨ ਹੀ ਸੰਦਾ ਵਾਲੀਏ ਮਾਰੇ ਗਏ। ਉਹ ਹੁੰਦਾ ਅੱਤ ਖੁਦਾ ਦਾ ਵੈਰ ਕਹੇ ਗੁਰਬਾਣੀ। ਆਖਰ ਹੀਰਾ ਸਿੰਘ ਹੱਥ ਵਾਕਾਂ ਆਈਆਂ ਰਾਜ ਦੀਆਂ। ਉਹ ਚਾਹੁੰਦਾ ਅੱਗ ਬਦਲੇ ਦੀ ਪਾ ਕੇ ਲਹੂ ਬੁਝਾਣੀ। ਵਾਰਸ ਜਿਤਨੇ ਹਾਲਾਂ ਜਿਉਂਦੇ ਨੇ ਸਿੱਖ ਰਾਜ ਦੇ। ਉਹ ਇੱਕ ਇੱਕ ਕਰਕੇ ਕਹਿੰਦਾ ਸਭ ਦੀ ਅਲਖ ਮਕਾਣੀ। ਉੱਡਦੀ ਫਿਰੇ ਬਗਾਵਤ ਵੀਰ ਸਿੰਘ ਦੇ ਡੇਰੇ ਚੋਂ। ਉਹ ਕਰਦੀ ਗਲਤ ਸਾਜ਼ ਸ਼ਾਇਦ ਸਿੰਘ ਦੀ ਢਾਣੀ। ਭਾਗੋ ਵਾਲੀ ਪੰਨੇ ਦਰਦ ਭਰੇ ਇਤਿਹਾਸ ਦੇ। ਉਹ ਦੱਸਦੇ
ਮਹਾਂਪੁਰਖਾਂ ਨੇ ਕਿਵੇਂ ਸ਼ਹਾਦਤ ਪਾਣੀ ਸੱਚ ਅਖਰਤ ਪਾਣੀ ਬਾਪੂ ਹਰਦੇਵ ਸਿੰਘ ਜੀ ਬੇਅੰਤ ਮਾਮਲੇ ਮੈਂ ਅਰਦਾਸ ਕਰਾ ਕੇ ਨੇ ਧੰਨਵਾਦ ਹੈ। ਗੁਰੂ ਮਹਾਰਾਜ ਜੀ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਣ। ਆਓ ਖਾਲਸਾ ਜੀ, ਸਮਾਂ ਆਪਣੀ ਤੇਜ਼ੀ ਨਾਲ ਤੁਰਿਆ ਜਾ ਰਿਹਾ ਹੈ। ਹਾਲਾਤਾਂ ਨੇ ਚੱਕਰ ਇਸ ਤਰ੍ਹਾਂ ਦਾ ਕੱਟਿਆ, ਲਾਹੌਰ ਦਾ ਸ਼ਾਹੀ ਦਰਬਾਰ ਹੀਰਾ ਸਿੰਘ ਦੇ ਹੱਥ ਆ ਗਿਆ। ਉਹਦਾ ਸਲਾਹਕਾਰ ਬਣ ਗਿਆ ਪੰਡਿਤ ਜੱਲਾ। ਜੱਲਾ ਜਿਸ ਤਰ੍ਹਾਂ ਨਚਾਉਂਦਾ ਹੀਰਾ ਸਿੰਘ ਉਸੇ ਤਰ੍ਹਾਂ ਨੱਚਦਾ। ਮਹਾਰਾਣੀ ਜਿੰਦ ਕੌਰ ਦੀ ਕੋਈ ਪੇਸ਼ ਨਹੀਂ ਜਾਂਦੀ ਤੇ ਦਲੀਪ ਸਿੰਘ ਨਿਆਣਾ ਹੈ। ਬਹੁਤ ਸਾਰੇ ਸਰਦਾਰ ਜਿਹੜੇ ਨੇ ਉਹ ਜਾਂ ਤਾਂ ਮਾਰੇ ਜਾ ਚੁੱਕੇ ਨੇ ਤੇ ਜਾਂ ਆਪਣੇ ਘਰ ਬੈਠੇ ਹੋਏ ਨੇ, ਸ਼ਾਮ ਸਿੰਘ ਅਟਾਰੀ ਵਾਲੇ ਵਰਗੇ। ਇੱਧਰ ਬਾਬਾ ਵੀਰ ਸਿੰਘ ਜੀ ਦੇ ਡੇਰੇ ਉੱਤੇ ਜਿਹੜਾ ਇਕੱਠ ਹੁੰਦਾ ਹੈ ਉਹਦੇ ਵਿੱਚ ਕੰਵਰ ਪਿਸ਼ੌਰਾ ਸਿੰਘ ਵੀ ਆ ਜਾਂਦਾ, ਕਸ਼ਮੀਰਾ ਸਿੰਘ ਵੀ ਆ ਜਾਂਦਾ। ਇਹ ਦੋਨੋਂ ਮਹਾਰਾਜੇ ਦੇ ਪੁੱਤਰ ਨੇ ਤੇ ਦੋਨੋਂ ਹੀ ਮਹਾਰਾਣੀ ਦਇਆ ਕੌਰ ਦੀ ਕੁੱਖ ਤੋਂ ਪੈਦਾ ਹੋਏ ਨੇ। ਇੱਥੇ ਹਰੀ ਸਿੰਘ ਨਲੂਏ ਦਾ ਪੁੱਤਰ ਜਵਾਹਰ ਸਿੰਘ ਆ ਜਾਂਦਾ। ਹੁਣੇ ਤੁਸੀਂ ਕਹਾਣੀ ਸੁਣੀ ਹੈ। ਸਰਦਾਰ ਹਰੀ ਸਿੰਘ ਜੀ ਦੇ 2 ਵਿਆਹ ਸੀ। ਦੋਨਾਂ ਵਿਆਹਾਂ ਵਿੱਚੋਂ ਵੱਖ-ਵੱਖ ਸੰਤਾਨ ਉਹਨਾਂ ਦੀ ਪੈਦਾ ਹੋਈ ਹੈ। ਆਪਾਂ ਜਵਾਹਰ ਸਿੰਘ ਨੂੰ ਜਾਣਦੇ ਹਾਂ, ਲੇਕਿਨ ਉਹਨਾਂ ਦੀ ਸੰਤਾਨ ਹੋਰ ਵੀ ਹੈ। ਕਿਤੇ ਸਮਾਂ ਮਿਲਿਆ ਆਪਾਂ ਉਹ ਸਾਰਾ ਜ਼ਿਕਰ ਕਰਾਂਗੇ। ਇਸ ਡੇਰੇ ਤੇ ਵੱਡਾ ਇਕੱਠ ਹੁੰਦਾ ਹੈ ਤੇ ਹੀਰਾ ਸਿੰਘ ਬਾਬਾ ਵੀਰ ਸਿੰਘ ਨਾਲ ਬੇਈਮਾਨੀ ਕਰਦਾ। ਪਹਿਲਾਂ ਤਾਂ ਗੁਲਾਬ ਸਿੰਘ ਕੋਲੋਂ ਚਿੱਠੀ ਲਿਖਾਉਂਦਾ ਹੈ, ਤੁਸੀਂ ਅਤਰ ਸਿੰਘ ਨੂੰ ਸੱਦੋ, ਮੈਂ ਉਹਨੂੰ ਬਣਦਾ ਮਰਤਬਾ ਦੇਵਾਂ, ਲਾਹੌਰ ਦਰਬਾਰ ਨੂੰ ਸੰਭਾਲੇ, ਆਪਾਂ ਰਲ ਕੇ ਪੰਜਾਬ ਨੂੰ ਅੱਗੇ ਲਿਜਾਈਏ। ਜਦੋਂ ਉਹ ਆ ਗਿਆ ਬਾਬਾ ਵੀਰ ਸਿੰਘ ਦੇ ਡੇਰੇ, ਫਿਰ ਇੱਕ ਮੀਟਿੰਗ ਕਰਦਾ ਹੈ। ਕਹਿੰਦਾ ਭਾਈ ਗੱਲ ਸੁਣੋ, ਬਾਬਾ ਵੀਰ ਸਿੰਘ ਜੀ ਸੰਤ ਨੇ, ਮਹਾਂਪੁਰਖ ਨੇ, ਭੋਲੇ ਭਾ ਨੇ, ਪਰ ਅੰਗਰੇਜ਼ਾਂ ਨਾਲ ਸਲਾਹ ਕਰਕੇ ਅਤਰ ਸਿੰਘ ਉੱਥੇ ਬੈਠਾ ਹੋਇਆ। ਉਹ ਅੰਗਰੇਜ਼ ਨਾਲ ਮਿਲ ਕੇ ਲਾਹੌਰ ਦਰਬਾਰ ਨੂੰ ਤਬਾਹ ਕਰਨਾ ਚਾਹੁੰਦਾ ਹੈ। ਉਹਦੇ ਨਾਲ ਕੁਝ ਹੋਰ ਰਲ ਗਏ ਨੇ ਤੇ ਜੇ ਤੁਸੀਂ ਲਾਹੌਰ ਨੂੰ, ਪੰਜਾਬ ਨੂੰ ਅੰਗਰੇਜ਼ ਤੋਂ ਬਚਾਉਣਾ ਚਾਹੁੰਦੇ ਹੋ ਫਿਰ ਮੇਰੀ ਮਦਦ ਕਰੋ। ਆਪਾਂ ਬਾਬਾ ਵੀਰ ਸਿੰਘ ਦੇ ਡੇਰੇ ਜਾਂ ਮੁਰਦੇ ਰੂਪ ਵਿੱਚ ਪਕੜ ਕੇ ਲਿਆਏ। ਪਲਟਣਾ ਨੇ ਸਾਫ਼ ਜਵਾਬ ਦੇ ਦਿੱਤਾ। ਕੋਈ ਪਲਟਣ ਤਿਆਰ ਨਹੀਂ ਹੋਈ ਬਾਬਾ ਵੀਰ ਸਿੰਘ ਦੇ ਡੇਰੇ ਉੱਤੇ ਹਮਲਾ ਕਰਨ ਵਾਸਤੇ। ਹਾਲਾਂਕਿ ਨਰੋਲ ਮੁਸਲਮਾਨ ਪਲਟਣਾ ਜਿਹੜੀਆਂ ਸੀ ਇਹ ਉਹਨਾਂ ਕੋਲ ਵੀ ਗਿਆ ਕਿ ਤੁਹਾਡੀ ਤਨਖਾਹ ਵਧਾ ਦੇਵਾਂਗੇ, ਪਰ ਉਹ ਬੰਦੇ ਐਡੇ ਸੱਚੇ ਨਿਕਲੇ। ਉਹ ਕਹਿੰਦੇ ਜੇ ਰੱਬ ਨੇ ਚੁੰਝ ਦਿੱਤੀ ਤੇ ਚੋਗਾ ਵੀ ਦੇਗਾ, ਅਸੀਂ ਪੈਸਿਆਂ ਬਦਲੇ ਬਾਬਾ ਵੀਰ ਸਿੰਘ ਦੇ ਡੇਰੇ ਉੱਤੇ ਹਮਲਾ ਨਹੀਂ ਕਰਨਾ। ਕੁਝ ਦਿਨ ਲੰਘ ਗਏ, ਇਹਨੇ ਮੀਆਂ ਲਾਭ ਸਿੰਘ ਡੋਗਰੇ ਨੂੰ ਆਪਣੇ ਨਾਲ ਗੰਢ ਲਿਆ। ਇਮਾਮੂਦੀਨ ਜਲੰਧਰ ਦਾ ਨਵਾਬ ਸੀ, ਹਾਕਮ ਸੀ, ਉਹਨੂੰ ਗੰਢ ਲਿਆ। ਔਰ ਕਿਸੇ ਨਾ ਕਿਸੇ ਤਰੀਕੇ ਨਾਲ ਇਹਨੇ ਬਾਬਾ ਵੀਰ ਸਿੰਘ ਦੇ ਡੇਰੇ ਉੱਤੇ ਹਮਲਾ ਕਰਨ ਵਾਸਤੇ ਬੰਦੇ ਤਿਆਰ ਕਰ ਲਏ, ਇਹ ਕਹਿ ਕੇ ਕਿ ਗਊ ਪੂਜਣਯੋਗ ਹੁੰਦੀ ਹੈ, ਪਰ ਜੇ ਉਹ ਸਿੰਘ ਮਾਰਨ ਆਵੇ ਤੇ ਫਿਰ ਆਪਣਾ ਬਚਾਅ ਕਰਨ ਵਾਸਤੇ ਉਹਦੇ ਸਿੰਘ ਭੰਨ ਦੇਣੇ ਚਾਹੀਦੇ। ਇਹਦੇ ਕਹਿਣ ਦਾ ਮਤਲਬ ਇਹ ਸੀ ਵੀ ਬਾਬਾ ਵੀਰ ਸਿੰਘ ਜੀ ਦੇ ਡੇਰੇ ਜਿਹੜੀ ਸ਼ਕਤੀ ਇਕੱਠੀ ਹੋਈ ਹੈ ਉਹ ਲਾਹੌਰ ਦਰਬਾਰ ਦੀ ਦੁਸ਼ਮਣ ਹੈ, ਤੇ ਜੇ ਅੰਗਰੇਜ਼ ਦੇ ਉਹ ਸਾਥੀ ਇੱਥੇ ਆ ਕੇ ਕਾਬਜ ਹੋ ਗਏ ਫਿਰ ਨਾ ਤੁਹਾਡੇ ਮਰਤਬੇ ਰਹਿਣਗੇ, ਨਾ ਤੁਹਾਡੀਆਂ ਨੌਕਰੀਆਂ ਰਹਿਣਗੀਆਂ। ਸ਼ੇਰੇ ਪੰਜਾਬ ਦਾ ਰਾਜ ਜਿਹੜਾ ਉਹ ਅੰਗਰੇਜ਼ਾਂ ਦਾ ਰਾਜ ਹੋਵੇ। ਲਾਲਚ ਵਸ ਕੁਝ ਲੋਕ ਇਹਦੇ ਆਖੇ ਲੱਗ ਗਏ ਔਰ ਬਹੁਤ ਸਾਰੀਆਂ ਤੋਪਾਂ, ਬਹੁਤ ਸਾਰਾ ਅਸਲਾ ਦੇ ਕੇ ਸਰਦਾਰ ਗੁਲਾਬ ਸਿੰਘ ਕਲਕੱਤੀਏ, ਮੀਆਂ ਲਾਭ ਸਿੰਘ ਡੋਗਰੇ ਨੂੰ ਵੱਡੀ ਇੰਚਾਰਜੀ ਦੇ ਕੇ ਇਹਨੇ ਇਹ ਫੌਜ ਲਾਹੌਰ ਤੋਂ ਬਾਬਾ ਵੀਰ ਸਿੰਘ ਦੇ ਡੇਰੇ ਵੱਲ ਤੋਰੀ। ਆਓ ਤੱਕੀਏ ਮਾਰੋ ਮਾਰ ਕਰਦੀ ਇਹ ਫੌਜ ਕਿਵੇਂ ਬਾਬਾ ਵੀਰ ਸਿੰਘ ਦੇ ਡੇਰੇ ਤੱਕ ਪਹੁੰਚਦੀ ਹੈ, ਉਹ ਸਾਰੀ ਕਹਾਣੀ ਇਹਨਾਂ ਸ਼ਬਦਾਂ ਵਿੱਚ ਬਿਆਨ ਕੀਤੀ ਜਾ ਰਹੀ। ਹੀਰਾ ਸਿੰਘ ਬੇਈਮਾਨ ਨੇ ਜਦ ਆਡਰ ਕੀਤੇ, ਹੋਈ ਹਰਾਨੀ ਫੌਜ ਨੂੰ ਬੁੱਲ ਰਹਿ ਗਏ ਸੀ ਤੇ, ਹੋਈ ਹਰਾਨੀ ਫੌਜ ਨੂੰ ਬੁੱਲ ਰਹਿ ਗਏ ਸੀ ਤੇ। ਉਹ ਜਗ ਦੇ ਵੇਂਦਿਆ ਹੋਣਗੇ ਹੁਣ ਖੂਨੀ ਕਾਰੇ, ਚੜ ਪਈ ਫੌਜ ਲਾਹੌਰ ਤੋਂ ਲਾ ਚੋਟ ਨਿਗਾਰੇ, ਚੜ ਪਈ ਫੌਜ ਲਾਹੌਰ ਤੋਂ
ਲਾ ਝੋਟ ਨਗਾਰੇ। ਹੀਰਾ ਸਿੰਘ ਬੇਈਮਾਨ ਨੇ ਜਦ ਆਡਰ ਕੀਤੇ ਹੋਈ ਹੈਰਾਨੀ ਫੌਜ ਨੂੰ ਬੁੱਲ ਰਹਿ ਗਏ ਸੀ ਤੇ ਹੋਈ ਹੈਰਾਨੀ ਫੌਜ ਨੂੰ ਬੁੱਲ ਰਹਿ ਗਏ ਸੀ ਤੇ ਓ ਜਗ ਦੇ ਵੇਂਦਿਆ ਹੋਣਗੇ ਹੁਣ ਖੂਨੀ ਕਾਰੇ। ਚੜ ਪਈ ਫੌਜ ਲਾਹੌਰ ਤੋਂ ਲਾ ਝੋਟ ਨਗਾਰੇ। ਚੜ ਪਈ ਫੌਜ ਲਾਹੌਰ ਤੋਂ ਲਾ ਝੋਟ ਨਗਾਰੇ। ਸੰਤ ਵੀਰ ਸਿੰਘ ਮਾਰਨਾ ਮਿਥ ਲਿਆ ਨਿਸ਼ਾਨਾ ਬਾਗੀ ਡੇਰੇ ਲੁਕੇ ਨੇ ਲੱਭ ਲਿਆ ਬਹਾਨਾ ਬਾਗੀ ਡੇਰੇ ਲੁਕੇ ਨੇ ਲੱਭ ਲਿਆ ਬਹਾਨਾ। ਓ ਕੋਈ ਨਹੀਂ ਸੁਣਦਾ ਕਿਸੇ ਦੀ ਜਦ ਕਿਸਮਤ ਹਾਰੇ। ਚੜ ਪਈ ਫੌਜ ਲਾਹੌਰ ਤੋਂ ਲਾ ਝੋਟ ਨਗਾਰੇ। ਚੜ ਪਈ ਫੌਜ ਲਾਹੌਰ ਤੋਂ ਲਾ ਝੋਟ ਨਗਾਰੇ। ਮਿਟ ਜਾਊ ਸਿੱਖ ਰਾਜ ਦੀ ਇੱਕ ਹੋਰ ਨਿਸ਼ਾਨੀ ਗਰਦਾਂ ਉੱਡੀਆਂ ਧਰਤ ਤੋਂ ਚੜੀਆਂ ਅਸਮਾਨੀ ਗਰਦਾਂ ਉੱਡੀਆਂ ਧਰਤ ਤੋਂ ਚੜੀਆਂ ਅਸਮਾਨੀ। ਓ ਰੁਕਣ ਕਦੇ ਨਾ ਸੂਰਮੇ ਰੁਕਣ ਕਦੇ ਨਾ ਸੂਰਮੇ ਜਦ ਅਣਖ ਵੰਗਾਰੇ। ਚੜ ਪਈ ਫੌਜ ਲਾਹੌਰ ਤੋਂ ਲਾ ਝੋਟ ਨਗਾਰੇ। ਚੜ ਪਈ ਫੌਜ ਲਾਹੌਰ ਤੋਂ ਲਾ ਝੋਟ ਨਗਾਰੇ। ਜਿਉਂ ਸੌਣ ਮਹੀਨੇ ਆਮਦੀ ਕੱਟ ਚੜਦੀ ਗੈਰੀ ਹੋਏ ਰਵਾਨਾ ਇਸ ਤਰ੍ਹਾਂ ਸਿੱਖ ਰਾਜ ਦੇ ਵੈਰੀ ਹਾਂ ਹੋਏ ਰਵਾਨਾ ਇਸ ਤਰ੍ਹਾਂ ਸਿੱਖ ਰਾਜ ਦੇ ਵੈਰੀ। ਨਹੀਂ ਕੋਈ ਜਿਉਂਦਾ ਛੱਡਣਾ ਰਾਜ ਦੇ ਵੈਰੀ ਨਹੀਂ ਕੋਈ ਜਿਉਂਦਾ ਛੱਡਣਾ ਮਾਰਨ ਲਲਕਾਰੇ। ਚੜ ਪਈ ਫੌਜ ਲਾਹੌਰ ਤੋਂ ਲਾ ਝੋਟ ਨਗਾਰੇ। ਚੜ ਪਈ ਫੌਜ ਲਾਹੌਰ ਤੋਂ ਲਾ ਝੋਟ ਨਗਾਰੇ। ਫੁੱਟ ਚੰਦਰੀ ਨੇ ਰੌਣ ਦੀ ਫੁੱਟ ਚੰਦਰੀ ਨੇ ਰੌਣ ਦੀ ਸ਼੍ਰੀਲੰਕਾ ਖੋਈ ਕੈਰੋ ਪਾਂਡੂ ਮਾਰਤੇ ਬਚਿਆ ਨਾ ਕੋਈ ਕੈਰੋ ਪਾਂਡੂ ਮਾਰਤੇ ਬਚਿਆ ਨਾ ਕੋਈ। ਢਾ ਦਿੱਤੇ ਸਿੱਖ ਰਾਜ ਦੇ ਇਸ ਬੜੇ ਮਨਾਰੇ। ਚੜ ਪਈ ਫੌਜ ਲਾਹੌਰ ਤੋਂ ਲਾ ਝੋਟ ਨਗਾਰੇ। ਚੜ ਪਈ ਫੌਜ ਲਾਹੌਰ ਤੋਂ ਲਾ ਝੋਟ ਨਗਾਰੇ। ਮੀਆਂ ਲਾਭ ਸਿੰਘ ਡੋਗਰਾ ਡਾਡਾ ਹੰਕਾਰੀ ਲੈ ਕੇ ਚੜਿਆ ਪਲਟਣਾ ਤੋਪਾਂ ਦਾ ਲਪਾਰੀ ਲੈ ਕੇ ਚੜਿਆ ਪਲਟਣਾ ਤੋਪਾਂ ਦਾ ਲਪਾਰੀ। ਤੇ ਕਾਨੇ ਜੇ ਬਰਛੀਆਂ ਮਾਰਨ ਲਸ਼ਕਾਰੇ। ਚੜ ਪਈ ਫੌਜ ਲਾਹੌਰ ਤੋਂ ਲਾ ਝੋਟ ਨਗਾਰੇ। ਚੜ ਪਈ ਫੌਜ ਲਾਹੌਰ ਤੋਂ ਲਾ ਝੋਟ ਨਗਾਰੇ। ਓਏ ਆਖਣ ਬਾਗੀ ਮਾਰਨੇ ਆਖਣ ਬਾਗੀ ਮਾਰਨੇ ਸਿੱਖ ਰਾਜ ਬਚਾਉਣਾ ਅਤੁਰ ਸਿੰਘ ਸਰਦਾਰ ਦਾ ਸਿਰ ਧੜ ਤੋਂ ਲਾਉਣਾ ਅਤੁਰ ਸਿੰਘ ਸਰਦਾਰ ਦਾ ਸਿਰ ਧੜ ਤੋਂ ਲਾਉਣਾ। ਓ ਪਾਏ ਪਵਾੜੇ ਉਸਲੇ ਹੁਣ ਤੱਕ ਜੋ ਸਾਰੇ। ਚੜ ਪਈ ਫੌਜ ਲਾਹੌਰ ਤੋਂ ਲਾ ਝੋਟ ਨਗਾਰੇ। ਚੜ ਪਈ ਫੌਜ ਲਾਹੌਰ ਤੋਂ ਲਾ ਝੋਟ ਨਗਾਰੇ। ਚੱਲੀ ਸਾਧ ਮਕਾਉਣ ਨੂੰ ਚੋਰਾਂ ਦੀ ਟਾਣੀ ਵਿੱਚ ਬਲਾਂ ਦੇ ਉਲਝ ਗਈ ਅਕਲਾਂ ਦੀ ਤਾਣੀ ਹਾਂ
ਵਿੱਚ ਪਲਾਂ ਦੇ ਉਲਝ ਗਈ ਅਕਲਾਂ ਦੀ ਤਾਣੀ। ਓ ਬੇਵਸ ਭਾਗੋ ਵਾਲਿਆ ਭਾਗੋ ਵਾਲਿਆ ਨਹੀਂ ਚੱਲਦੇ ਚਾਰੇ ਚੜ ਪਈ ਫੌਜ ਲਾਹੌਰ ਤੋਂ ਲਾ ਚੋਟ ਨਗਾਰੇ ਚੜ ਪਈ ਫੌਜ ਲਾਹੌਰ ਤੋਂ ਲਾ ਚੋਟ ਨਗਾਰੇ। ਬਾਬਾ ਜੀ ਤੱਕ ਸਾਰੀਆਂ ਗਤੀਵਿਧੀਆਂ ਪਹੁੰਚ ਗਈਆਂ। ਸ਼ਾਮ ਸਿੰਘ ਅਟਾਰੀ ਵਾਲੇ ਨੇ ਅਗੇਤੀ ਹੀ ਚਿੱਠੀ ਲਿਖ ਕੇ ਬਾਬਾ ਜੀ ਨੂੰ ਸੁਚੇਤ ਕਰ ਦਿੱਤਾ ਕਿ ਲਾਹੌਰ ਤੋਂ ਚੜੀ ਹੋਈ ਫੌਜ ਤੁਹਾਡੇ ਡੇਰੇ ਨੂੰ ਤਬਾਹ ਕਰਨ ਵਾਸਤੇ ਆ ਰਹੀ ਹੈ, ਇਸ ਕਰਕੇ ਆਪ ਜੀ ਨੂੰ ਬੰਦੋਬਸਤ ਕਰ ਲੈਣਾ ਚਾਹੀਦਾ। ਬਾਬਾ ਜੀ ਮੁਸਕਰਾ ਕੇ ਕਹਿੰਦੇ ਸਮਾਂ ਆ ਗਿਆ, ਇਹ ਜਿਹੜਾ ਪੰਜ ਭੂਤਕ ਰੂਪ ਸਰੀਰ ਹੈ ਇਹਦੇ ਬਿਨਸ ਜਾਣ ਦਾ ਸਮਾਂ ਆ ਗਿਆ। ਸਿੱਖ ਰਾਜ ਤਬਾਹ ਹੋਣਾ, ਦੁਨੀਆ ਦੀ ਕੋਈ ਤਾਕਤ ਬਚਾ ਨਹੀਂ ਸਕਦੀ, ਪਰ ਅਸੀਂ ਡੁੱਬਦੇ ਹੋਏ ਸੂਰਜ ਨੂੰ ਕੁਝ ਰੋਕਣ ਦਾ ਯਤਨ ਕਰਾਂਗੇ। ਖਾਲਸਾ ਜੀ 120 ਦੇ ਕਰੀਬ ਤੋਪਾਂ ਦਾ ਜ਼ਿਕਰ ਮਿਲਦਾ ਹੈ। ਬਾਬਾ ਵੀਰ ਸਿੰਘ ਜੀ ਦੇ ਡੇਰੇ ਨੂੰ ਤਬਾਹ ਕਰਨ ਵਾਸਤੇ ਜਿਹੜੀ ਕੁਮਕ ਚੜੀ, ਔਰ ਗਿਆਨੀ ਪ੍ਰਤਾਪ ਸਿੰਘ ਜੀ ਨੇ ਜਿਹੜੀ ਪੁਸਤਕ ਲਿਖੀ ਉਹਦੇ ਵਿੱਚ ਬੜਾ ਸੁੰਦਰ ਜ਼ਿਕਰ ਹੈ। ਉਹ ਕਹਿੰਦੇ ਮੈਂ ਮੰਨਦਾ ਅਸਾਈਆਂ ਦੇ ਪੈਗੰਬਰ ਦੀ ਸ਼ਹਾਦਤ ਸ਼ਾਂਤਮਈ ਹੈ। ਕਹਿੰਦਾ ਮੈਨੂੰ ਕੋਈ ਇਤਰਾਜ਼ ਨਹੀਂ। ਸੁਕਰਾਤ ਦੀ ਸ਼ਹਾਦਤ ਜ਼ਹਿਰ ਦਾ ਪਿਆਲਾ ਪੀ ਕੇ ਹੋਈ ਹੈ, ਸ਼ਾਂਤਮਈ ਹੈ। ਮਨਸੂਰ ਦੀ ਸ਼ਹਾਦਤ ਵੀ ਇਸੇ ਦਰਜੇ ਵਿੱਚ। ਪਰ ਉਹ ਕਹਿੰਦਾ ਜੇ ਮੰਨ ਲਓ ਉਹਨਾਂ ਕੋਲ ਫੌਜੀ ਸੈਨਾ ਹੁੰਦੀ, ਸੈਨਿਕ ਸ਼ਕਤੀ ਹੁੰਦੀ, ਫਿਰ ਉਹਨਾਂ ਦਾ ਦ੍ਰਿਸ਼ਟੀਕੋਣ ਜ਼ੁਲਮ ਪ੍ਰਤੀ ਕੀ ਹੁੰਦਾ, ਇਹ ਦਾਅਵੇ ਨਾਲ ਨਹੀਂ ਕਿਹਾ ਜਾ ਸਕਦਾ। ਉਹ ਕਹਿੰਦੇ ਬਾਬਾ ਵੀਰ ਸਿੰਘ ਜੀ ਦੀ ਸ਼ਹਾਦਤ ਇਸ ਪੱਖੋਂ ਵੱਡੀ ਹੈ, ਉਹਨਾਂ ਕੋਲ ਹਜ਼ਾਰਾਂ ਮਰ ਮਿਟਣ ਵਾਲੇ ਜਵਾਨ ਨੇ, ਜਾਨਾਂ ਤਲੀ ਤੇ ਰੱਖ ਕੇ ਲੜਨ ਵਾਲੇ ਜਵਾਨ ਨੇ, ਇੱਕ ਜੋਸ਼ ਦਾ ਵਗਦਾ ਦਰਿਆ ਹੈ, ਲੇਕਿਨ ਬਾਬਾ ਜੀ ਉਹਨੂੰ ਸਬਰ ਦਾ ਬੰਨ ਮਾਰ ਦਿੰਦੇ ਨੇ ਤੇ ਇਹ ਕਹਿੰਦੇ ਨੇ ਕਿ ਭਰਾਵਾਂ ਤੇ ਵਾਰ ਨਹੀਂ ਕਰਨਾ। ਇਸ ਕਰਕੇ ਬਲ ਹੁੰਦਿਆਂ ਬਲ ਦੀ ਵਰਤੋਂ ਨਾ ਕਰਨੀ ਤੇ ਸੀਸ ਵਾਰ ਦੇਣਾ ਹੱਸ ਕੇ, ਇਹ ਅਦੁੱਤੀ ਕੁਰਬਾਨੀ ਹੈ ਜੋ ਬਾਬਾ ਵੀਰ ਸਿੰਘ ਜੀ ਦੇ ਹਿੱਸੇ ਆਈ ਹੈ। ਫੌਜਾਂ ਭੀੜ ਕੇ ਤੋਪਾਂ ਤਿਆਰੀ ਕਰਕੇ ਤੇ ਵਕੀਲ ਅੰਦਰ ਆ ਗਿਆ। ਬਾਬਾ ਜੀ ਨੂੰ ਆ ਕੇ ਫਤਿਹ ਬੁਲਾਈ। ਬਾਬਾ ਜੀ ਦੇ ਡੇਰੇ ਦਾ ਅਸੂਲ ਸੀ ਜਿਹੜਾ ਆਉਂਦਾ ਸੀ ਉਹਨੂੰ ਪਹਿਲਾਂ ਲੰਗਰ ਛਕਾਇਆ ਜਾਂਦਾ ਸੀ, ਪਹਿਲੇ ਪੰਗਤ ਪਾਸ਼ੇ ਸੰਗਤ। ਬਾਬਾ ਜੀ ਨੇ ਆਪਣੇ ਸੇਵਕਾਂ ਨੂੰ ਆਖਿਆ ਵੀ ਲਾਹੌਰ ਗਏ ਆਏ ਨੇ, ਇਹਨਾਂ ਨੂੰ ਜਲ ਪਾਣੀ ਛਕਾਓ। ਉਹਨਾਂ ਦੇ ਦਿਲ ਵਿੱਚ ਬੇਈਮਾਨੀ ਸੀ, ਲੇਕਿਨ ਫਿਰ ਵੀ ਨਾ ਕਰਦਿਆਂ ਕੁਝ ਛਕਣਾ ਪਿਆ। ਜਲ ਪਾਣੀ ਛਕਣ ਉਪਰੰਤ ਉਹਨਾਂ ਆਪਣਾ ਮਜਬੂਨ ਬਾਬਾ ਜੀ ਦੇ ਅੱਗੇ ਰੱਖਿਆ। ਬਾਬਾ ਜੀ ਆ ਜਿਹੜੀ ਫੌਜ ਬਾਹਰ ਬੈਠੀ ਹੈ, ਤੋਪਾਂ ਦੀ ਰੇਂਜ ਬੰਨ ਕੇ ਤੁਹਾਡੇ ਡੇਰੇ ਵੱਲ ਨੂੰ, ਇਹ ਕੋਈ ਘਟ ਕਰ ਨਹੀਂ ਆਈ, ਪਰ ਇਹਨੂੰ ਰੋਕਿਆ ਜਾ ਸਕਦਾ। ਬਾਬਾ ਜੀ ਕਹਿੰਦੇ ਕਿਵੇਂ? ਕਹਿੰਦੇ ਤੁਹਾਡੇ ਡੇਰੇ ਕੁਝ ਬਾਗੀ ਰਹਿੰਦੇ ਨੇ, ਸਿੱਖ ਰਾਜ ਦੇ ਦੁਸ਼ਮਣ ਰਹਿੰਦੇ ਨੇ, ਉਹ ਦੁਸ਼ਮਣ ਸਾਡੇ ਹਵਾਲੇ ਕਰ ਦਿਓ। ਬਾਬਾ ਜੀ ਮੁਸਕਰਾ ਪਏ, ਕਹਿੰਦੇ ਜੇ ਤੁਸੀਂ ਸਾਨੂੰ ਉਹਨਾਂ ਦੇ ਨਾਂ ਦੱਸ ਦਿਓ ਗੱਲ ਸਿੱਧੀ ਹੋ ਜਾਏਗੀ। ਕਹਿੰਦੇ ਜੀ ਅਤਰ ਸਿੰਘ ਸੰਧਾਂ ਵਾਲੇ, ਹੋਰ ਜਵਾਰ ਸਿੰਘ ਨਲੂਆ, ਹੋਰ ਕੰਵਰ ਕਸ਼ਮੀਰਾ ਸਿੰਘ, ਪਿਸ਼ੌਰਾ ਸਿੰਘ, ਇੱਕ ਆਦਿਕ ਉਹਨਾਂ ਦੇ ਸਾਥੀ। ਬਾਬਾ ਜੀ ਕਹਿੰਦੇ ਵਾਹ ਪਈ ਵਾਹ, ਜਿਹੜੇ ਸਿੱਖ ਰਾਜ ਦੇ ਅਸਲ ਹਮਾਇਤੀ ਨੇ ਉਹ ਅੱਜ ਦੋਖੀ ਬਣ ਗਏ, ਤੇ ਜਿਹੜੇ ਸਿੱਖ ਰਾਜ ਦੇ ਦੁਸ਼ਮਣ ਨੇ ਉਹ ਸਿੱਖ ਰਾਜ ਦੇ ਹਮਾਇਤੀ ਬਣ ਗਏ। ਬਾਬਾ ਜੀ ਕਹਿੰਦੇ ਜਿਹਦੇ ਪਿਤਾ ਨੇ ਉਹ ਜਮਰੌਦ ਦੀ ਚੋਟੀ ਤੇ ਜਾ ਕੇ ਸਿੱਖ ਰਾਜ ਦਾ ਝੰਡਾ ਚਲਾਇਆ ਤੇ ਦਰੇ ਖੈਬਰ ਤੇ ਸ਼ਹਾਦਤ ਪਾਈ, ਹਰੀ ਸਿੰਘ ਨਲੂਆ ਉਹਦਾ ਪੁੱਤਰ ਸਿੱਖ ਰਾਜ ਦਾ ਦੁਸ਼ਮਣ। ਜਿਸ ਸ਼ੇਰੇ ਪੰਜਾਬ ਨੇ ਲਾਹੌਰ ਨੂੰ ਮੱਲਿਆ, ਕਸੂਰ, ਮਲਤਾਨ, ਸ਼੍ਰੀਨਗਰ, ਕਸ਼ਮੀਰ, ਲੇਹ ਲਦਾਖ, ਹਜ਼ਾਰਾ ਅਟਕ ਖਟਕ ਭੰਨ ਕੇ ਇਹਦੀਆਂ ਹੱਦਾਂ ਲੇਹ ਲਦਾਖ ਮਾਫ ਕਰਨਾ ਦਰੇ ਖੈਬਰ ਤੱਕ ਲੈ ਗਿਆ, ਉਹਦੇ ਪੁੱਤਰ ਇਹ ਸਿੱਖ ਰਾਜ ਦੇ ਦੁਸ਼ਮਣ।
ਸੰਧਾ ਵਾਲੀ ਹੈ ਸਿੱਖ ਰਾਜ ਦਾ ਦੁਸ਼ਮਣ। ਇਹਦਾ ਮਤਲਬ ਫਿਰ ਤੁਸੀਂ ਸਾਨੂੰ ਵੀ ਸਿੱਖ ਰਾਜ ਦੇ ਦੁਸ਼ਮਣਾਂ ਵਿੱਚ ਗਿਣਦੇ ਹੋਵੋਗੇ। ਨਹੀਂ 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 ਬਾਬਾ ਜੀ, ਤੁਹਾਡੇ ਨਾਲ ਕੋਈ ਵੈਰ ਹੀ ਨਹੀਂ ਹੈ। ਤੁਸੀਂ ਡੇਰੇ ਤੋਂ ਬਾਹਰ ਹੋ ਜਾਓ ਜਾਂ ਇਹਨਾਂ ਨੂੰ ਸਾਡੇ ਹਵਾਲੇ ਕਰ ਦਿਓ। ਬਾਬਾ ਜੀ ਕਹਿੰਦੇ ਲੇਕਿਨ ਅਸੀਂ ਆਪਣੇ ਹੱਥਾਂ ਨਾਲ ਇਹਨਾਂ ਦੀ ਬਾਹ ਤੁਹਾਡੀ ਬਾਹ ਵਿੱਚ ਨਹੀਂ ਫੜਾਵਾਂਗੇ, ਕਿਉਂਕਿ ਇਹ ਬਾਬਾ ਵੀਰ ਸਿੰਘ ਦੇ ਡੇਰੇ ਵਿੱਚ ਆਏ ਨੇ। ਜਿਹੜਾ ਜਵਾਬ ਬਾਬਾ ਜੀ ਨੇ ਦਿੱਤਾ ਪ੍ਰੇਮ ਨਾਲ ਸਰਵਣ ਕਰੋ। ਇਹ ਰੀਤ ਹੈ ਸੰਤਾਂ ਦੀ, ਡਿੱਗੇ ਢੱਠਿਆਂ ਨੂੰ। ਗੱਲ ਸੁਣ ਕੇ ਪੰਚਾਂ ਦੀ ਏਦਾਂ ਬਾਬੇ ਨੇ ਫਰਮਾਇਆ, ਸਾਡੇ ਵਿੱਚ ਡੇਰੇ ਦੇ ਨਹੀਂ ਕੋਈ ਦੇਸ਼ ਧਰੋਈ ਆਇਆ। ਕੱਢ ਤੂੰ ਦਵੈਤ ਦਿਲੋਂ ਆਪਾਂ ਕੁਲ ਦਾ ਭਲਾ ਮਨਾਉਣਾ, ਇਹ ਰੀਤ ਹੈ ਸੰਤਾਂ ਦੀ, ਡਿੱਗੇ ਢੱਠਿਆਂ ਨੂੰ ਗਲ ਲਾਉਣਾ। ਗੱਲ ਸੁਣ ਕੇ ਪੰਚਾਂ ਦੀ ਏਦਾਂ ਬਾਬੇ ਨੇ ਫਰਮਾਇਆ, ਸਾਡੇ ਵਿੱਚ ਡੇਰੇ ਦੇ ਨਹੀਂ ਕੋਈ ਦੇਸ਼ ਧਰੋਈ ਆਇਆ। ਕੱਢ ਤੂੰ ਦਵੈਤ ਦਿਲੋਂ ਆਪਾਂ ਕੁਲ ਦਾ ਭਲਾ ਮਨਾਉਣਾ, ਇਹ ਰੀਤ ਹੈ ਸੰਤਾਂ ਦੀ, ਡਿੱਗੇ ਢੱਠਿਆਂ ਨੂੰ ਗਲ ਲਾਉਣਾ। ਆਖਿਆ ਗੁਰੂ ਨਾਨਕ ਨੇ ਮਾਲਕ ਸਭਨਾ ਦਾ ਹੈ ਸੋਈ, ਸਭ ਮਾਇਆ ਉਸੇ ਦੀ, ਇੱਥੇ ਭੇਦ ਭਰਮ ਨਹੀਂ ਕੋਈ। ਇਹ ਮੇਲਾ ਕੁਝ ਦਿਨ ਦਾ ਆਖਰ ਸਭ ਨੇ ਚਾਲਾ ਪਾਉਣਾ, ਇਹ ਰੀਤ ਹੈ ਸੰਤਾਂ ਦੀ, ਡਿੱਗੇ ਢੱਠਿਆਂ ਨੂੰ ਗਲ ਲਾਉਣਾ। ਡਾਡੇ ਦੀ ਕੁਦਰਤ ਦੇ ਗੁੱਜੇ ਭੇਦ ਕਦੇ ਨਹੀਂ ਖੁੱਲਦੇ, ਡਾਡੇ ਦੀ ਕੁਦਰਤ ਦੇ ਗੁੱਜੇ ਭੇਦ ਕਦੇ ਨਹੀਂ ਖੁੱਲਦੇ। ਕਲ ਮਾਲਕ ਤਖਤਾਂ ਦੇ ਵੇਖੇ ਅੱਜ ਜੰਗਲਾਂ ਵਿੱਚ ਰੁਲਦੇ। ਰੰਗ ਉਸ ਦੇ ਨਿਆਰੇ ਨੇ ਪੈਂਦਾ ਆਖਰ ਸੀਸ ਝੁਕਾਉਣਾ, ਇਹ ਰੀਤ ਹੈ ਸੰਤਾਂ ਦੀ, ਡਿੱਗੇ ਢੱਠਿਆਂ ਨੂੰ ਗਲ ਲਾਉਣਾ। ਜਗ ਦਿਸੇ ਹਨੇਰ ਪਿਆ ਵਿਪਤਾ ਜਦੋਂ ਕਿਸੇ ਸਿਰ ਪੈਂਦੀ, ਮੰਗਦੇ ਸੁਲਤਾਨ ਖੜੇ ਕਿਸਮਤ ਜਦੋਂ ਫੇਰ ਮੁਖ ਲੈਂਦੀ। ਜੰਗਲਾਂ ਵਿੱਚ ਰਾਮ ਰੁਲੇ, ਜੰਗਲਾਂ ਵਿੱਚ ਰਾਮ ਰੁਲੇ, ਪੈ ਗਿਆ ਸੀਤਾ ਨੂੰ ਕਰ ਲਾਉਣਾ, ਇਹ ਰੀਤ ਹੈ ਸੰਤਾਂ ਦੀ, ਡਿੱਗੇ ਢੱਠਿਆਂ ਨੂੰ ਗਲ ਲਾਉਣਾ। ਮਹਾਰਾਜੇ ਦਸ਼ਰਥ ਦੀ ਲਾ ਕੇ ਦੋਸ਼ ਮਹਿਲਾਂ ਚੋਂ ਕੱਢਦੀ, ਰੁਲਦੀ ਦਖਿਆਰਨ ਨੇ ਸਾਰੀ ਗੱਲ ਲੇਖਾਂ ਤੇ ਛੱਡਦੀ। ਉਹ ਕੱਖਾਂ ਦੀ ਛਨ ਹੇਠਾਂ ਪੈ ਗਿਆ ਉਸ ਨੂੰ ਵਕਤ ਟਪਾਉਣਾ, ਇਹ ਰੀਤ ਹੈ ਸੰਤਾਂ ਦੀ, ਡਿੱਗੇ ਢੱਠਿਆਂ ਨੂੰ ਗਲ ਲਾਉਣਾ। ਆਉਂਦੀ ਕਸ਼ਮੀਰ ਜਦੋਂ ਆਨੰਦਪੁਰ ਆ ਦਿਨ ਹੋਈ, ਦੁੱਖ ਕੱਟ ਲੈ ਦੁਖੀਆਂ ਦੇ ਸੁਣ ਕੇ ਸਤਿਗੁਰ ਨੇ ਅਰਜ਼ੋਈ। ਪਕੜੀ ਲਾਜ ਰੱਖੀ, ਪੈ ਗਿਆ ਲੜ ਤੋਂ ਸੀਸ ਕਟਾਉਣਾ, ਇਹ ਰੀਤ ਹੈ ਸੰਤਾਂ ਦੀ, ਡਿੱਗੇ ਢੱਠਿਆਂ ਨੂੰ ਗਲ ਲਾਉਣਾ। ਦਸਵੇਂ ਗੁਰੂ ਗੋਬਿੰਦ ਨੇ ਸਭ ਕੁਝ ਲੋਕ ਹਿੱਤਾਂ ਲਈ ਵਾਰਿਆ, ਲੋਕਾਂ ਦੇ ਸੁਖ ਬਦਲੇ ਆਪਣੇ ਸਿਰ ਤੇ ਕਸ਼ਟ ਸੁਹਾਰਿਆ। ਸੂਰਾਂ ਦੀਆਂ ਛੇਜਾਂ ਤੇ ਰੱਖ ਕੇ ਢੀਮ ਸਰਾਣੇ ਸੌਣਾ, ਇਹ ਰੀਤ ਹੈ ਸੰਤਾਂ ਦੀ, ਡਿੱਗੇ ਢੱਠਿਆਂ ਨੂੰ ਗਲ ਲਾਉਣਾ। ਇਹ ਦਰ ਹੈ ਸੰਤਾਂ ਦਾ, ਇੱਥੇ ਲੋਕ ਹਜ਼ਾਰਾਂ ਪੜਦੇ, ਸਾਂਝੇ ਚੋਂ ਵਰਨਾ ਲਈ ਅੱਟੇ ਪੈਰ ਲੰਗਰ ਨੇ ਚੱਲਦੇ। ਖੁੱਲਿਆ ਦਰਵਾਜ਼ਿਆਂ ਦਾ ਪੈਂਦਾ ਕਦੋਂ ਕੁੰਡਾ ਖੜਕਾਉਣਾ, ਪੈਂਦਾ ਕਦੋਂ ਕੁੰਡਾ ਖੜਕਾਉਣਾ, ਇਹ ਰੀਤ ਹੈ ਸੰਤਾਂ ਦੀ, ਡਿੱਗੇ ਢੱਠਿਆਂ ਨੂੰ ਗਲ ਲਾਉਣਾ। ਕਰ ਧੋਖਾ ਡੋਗਰਿਆਂ ਤਾਕਤ ਸਿੱਖ ਰਾਜ ਦੀ ਖੋਈ, ਪੁੱਤ ਸ਼ੇਰ ਪੰਜਾਬੀ ਦੇ ਕਿਹੜੀ ਗੱਲ ਤੋਂ ਦੇਸ਼ ਧਰੋਈ। ਹੋਇਆ ਵੀ ਚੁੱਕੀ ਕਸਾਈਆਂ ਨੇ ਕਦੇ ਨਾ ਪੈ ਜੂਗਾ ਪਛਤਾਉਣਾ, ਇਹ ਰੀਤ ਹੈ ਸੰਤਾਂ ਦੀ, ਡਿੱਗੇ ਢੱਠਿਆਂ ਨੂੰ ਗਲ ਲਾਉਣਾ। ਤੁਸੀਂ ਚੜ ਕੇ ਆ ਗਏ ਹੋਵੇ ਲੱਖ ਮੁਬਾਰਕ ਤੁਹਾਨੂੰ, ਤੱਕ ਆਏ ਆਸਰਾ ਜੋ
ਇੱਕ ਵਾਰੀ ਸਾਰੀ ਸੰਗਤ ਮਹਾਂਪੁਰਖਾਂ ਦੀ ਕਮਾਈ ਦਾ ਧਿਆਨ ਧਰ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਮੈਂ ਗੱਲ ਨੂੰ ਨੇੜੇ ਲਿਆਵਾਂ। ਗੱਲਾਂ ਹੁੰਦਿਆਂ ਹੁੰਦਿਆਂ ਤਕਰਾਰ ਵਿੱਚ ਬਦਲ ਗਈਆਂ। ਇੱਕ ਹੰਕਾਰੇ ਹੋਏ ਵਕੀਲ ਦੇ ਮੂੰਹੋਂ ਇਹ ਗੱਲ ਨਿਕਲ ਗਈ ਵੀ ਬਾਬਾ ਜੀ ਜੇ ਤੁਸੀਂ ਅਤਰ ਸਿੰਘ ਨੂੰ ਸਾਡੇ ਹਵਾਲੇ ਨਾ ਕੀਤਾ ਤੇ ਅਸੀਂ ਇਹਨੂੰ ਦਾੜੀਆਂ ਫੜ ਕੇ ਖੜਨ ਦੀ ਹਿੰਮਤ ਰੱਖਦੇ। ਹੁਣ ਅਤਰ ਸਿੰਘ ਵੀ ਅਣਖੀ ਸਰਦਾਰ ਸੀ। ਉਹਨੇ ਆਖਿਆ ਕਿਸੇ ਵਿੱਚ ਹਿੰਮਤ ਕੋਈ ਮੇਰੇ ਵੱਲ ਨੂੰ ਵਧਣ ਦਾ ਯਤਨ ਕਰੇ, ਪਰ ਉਹ ਬੰਦਾ ਅੱਗੇ ਵਧਣ ਲੱਗਾ ਔਰ ਜਥੇਦਾਰ ਦੀ ਨਰਾਦਰੀ ਕਰਨ ਲੱਗਾ। ਇੱਕ ਗੋਲੀ ਬੰਦੂਕ ਵਿੱਚੋਂ ਨਿਕਲੀ, ਉਹਦਾ ਸੀਨਾ ਚੀਰ ਕੇ ਦੂਜੇ ਪਾਸੇ ਵੀ ਨਿਕਲ ਗਈ। ਹੁਣ ਸਾਰਾ ਕੁਝ ਇਮੋਸ਼ਨਲ ਹੋ ਗਿਆ। ਬੜੀ ਕਾਹਲੀ ਵਿੱਚ ਇਹ ਕਹਿ ਕੇ ਵਾਪਸ ਮੁੜੇ ਕਿ ਬਾਬਾ ਜੀ ਵੇਖਿਓ ਹੁਣ ਹੁੰਦਾ ਕੀ ਹੈ। ਉਹਨਾਂ ਆਖਿਆ ਸੀ ਪਹਿਲਾਂ ਤਿਆਰੀ ਕਰਕੇ ਬੈਠੇ, ਤੁਸੀਂ ਤੋਪਾਂ ਲੈ ਕੇ ਆਏ ਹੋ ਨਾ ਤੇ ਗੋਲਿਆਂ ਨਾਲ ਸਾਨੂੰ ਮਾਰਨਾ ਹੈ, ਤੇ ਅਸੀਂ ਅੱਜ ਜਿਹੜਾ ਲੰਗਰ ਬਣਾਇਆ ਹੈ ਇਹ ਰੋਜ਼ਾਨਾ ਦੇ ਵਰਤਾਰੇ ਨਾਲੋਂ ਦੂਣਾ ਬਣਾਇਆ, ਇਸ ਕਰਕੇ ਵੀ ਜਦੋਂ ਤੁਸੀਂ ਸਾਡਾ ਡੇਰਾ ਉਜਾੜ ਕੇ ਥੱਕ ਜਾਣਾ, ਸਾਨੂੰ ਮਾਰ ਕੇ ਤੁਹਾਨੂੰ ਭੁੱਖ ਲੱਗਣੀ ਹੈ, ਤੇ ਸਾਡੇ ਉਹ ਦੁਸ਼ਮਣੋ ਬਾਬਾ ਵੀਰ ਸਿੰਘ ਦੇ ਡੇਰਿਓਂ ਕੋਈ ਭੁੱਖਾ ਨਾ ਚਲਿਆ ਜਾਏ, ਤੁਹਾਡੇ ਵਾਸਤੇ ਵੀ ਲੰਗਰ ਤਿਆਰ ਕੀਤਾ ਹੋਵੇ। ਕਿੱਡਾ ਵੱਡਾ ਹੌਸਲਾ ਹੋਵੇਗਾ ਬਾਬਾ ਜੀ ਦਾ, ਕੇਵਲ ਇਤਿਹਾਸ ਵਿੱਚੋਂ ਪੜ੍ਹਿਆ ਹੀ ਜਾ ਸਕਦਾ। ਔਰ ਤੁਰ ਲੱਗੇ, ਚੰਦ ਕਦਮਾਂ ਤੇ ਜਾ ਕੇ ਇੱਕ ਗੋਲੀ ਗੁਲਾਬ ਸਿੰਘ ਨੂੰ ਵੱਜੀ, ਥਾਂ ਮਰ ਗਿਆ। ਇੱਕ ਸੋਮੇ ਵਿੱਚ ਮੈਂ ਪੜ੍ਹਿਆ ਹੈ ਇਹ ਗਿਣੀ ਮਥੀ ਸਾਜ਼ਿਸ਼ ਸੀ। ਮੀਆਂ ਲਾਭ ਸਿੰਘ ਡੋਗਰੇ ਨੂੰ ਹੀਰਾ ਸਿੰਘ ਡੋਗਰੇ ਨੇ ਕਹਿ ਕੇ ਭੇਜਿਆ ਸੀ ਵੀ ਇੱਕ ਦੋ ਬੰਦੇ ਆਪਣੇ ਮਾਰ ਲਈ, ਕੱਲ ਨੂੰ ਜੇ ਸਾਥੋਂ ਪੁੱਛਿਆ ਕਿਸੇ ਨੇ ਜਵਾਬ ਇਹ ਕਹਿਣ ਵਾਲੇ ਬਣਾਂਗੇ ਵੀ ਪਹਿਲ ਬਾਬਾ ਵੀਰ ਸਿੰਘ ਨੇ ਕੀਤੀ। ਔਰ ਗੁਲਾਬ ਸਿੰਘ ਨੂੰ ਗੋਲੀ ਮਾਰਨ ਵਾਲਾ ਬੰਦਾ ਉਹਨਾਂ ਦੇ ਖੇਮੇ ਦਾ ਹੈ। ਇਹਦੀ ਲਾਸ਼ ਧੂ ਕੇ ਖੜੀ ਫੌਜਾਂ ਦੇ ਸਾਹਮਣੇ, ਤੇ ਰੌਲਾ ਇਹ ਪਾਇਆ ਵੀ ਅਸੀਂ ਤੇ ਸੁਲਾ ਕਰਨ ਗਏ ਸਾਂ, ਬਾਬਾ ਜੀ ਦੇ ਡੇਰਿਓਂ ਬਾਗੀ ਲੈਣ ਗਏ ਸਾਂ, ਉੱਥੇ ਜਿਹੜੇ ਅਤਰ ਸਿੰਘ ਹੋਣੀ ਤੇ ਜਵਾਹਰ ਸਿੰਘ ਹੋਣੀ ਬੈਠੇ, ਉਹਨਾਂ ਨੇ ਬੰਦੇ ਸਾਡੇ ਮਾਰ ਦਿੱਤੇ। ਫੌਜਾਂ ਗੁੱਸੇ 'ਚ ਆ ਗਈ। ਫਿਰ ਕੀ ਸੀ, ਇੱਕ ਬੰਨੇ ਸਤਨਾਮ ਦੀ ਧੁਨੀ ਉੱਚੀ ਉੱਚੀ ਗੂੰਜਾਂ ਪਾਉਣ ਲੱਗ ਪਈ, ਔਰ ਦੂਜੇ ਬੰਨੇ ਤੋਪਾਂ ਦਾ ਮੀਂਹ ਵਰਨ ਲੱਗ ਪਿਆ। ਜਿਵੇਂ ਜਿਵੇਂ ਤੋਪਾਂ ਦੇ ਗੋਲੇ ਡੇਰੇ ਤੇ ਡਿੱਗਦੇ ਨੇ, ਬਰੂਦ ਦੇ ਢੇਰ ਲੱਗਦੇ ਜਾਂਦੇ ਨੇ, ਕੁਝ ਇਮਾਨਦਾਰ ਤੋਪਚੀ ਉਹ ਫੌਜ ਪ੍ਰਤੀ ਵੀ ਫਰਜ਼ ਪੂਰਾ ਕਰ ਰਹੇ ਨੇ, ਪਰ ਰੇਂਜ ਇਸ ਹਿਸਾਬ ਨਾਲ ਸੈੱਟ ਕੀਤੀ ਵੀ ਬਾਬਾ ਵੀਰ ਸਿੰਘ ਜੀ ਦਾ ਡੇਰਾ ਟਪਾ ਕੇ ਤੇ ਦਰਿਆ 'ਚ ਗੋਲਾ ਸੁੱਟ ਦਿੰਦੇ ਵੀ ਸਾਡੇ ਤੇ ਕਲੰਕ ਨਾ ਲੱਗੇ। ਪਰ ਕੁਝ ਪਾਪੀ ਉਹ ਡੇਰੇ ਵੱਲ ਨੂੰ ਗੋਲੇ ਭਰਾਈ ਜਾ ਰਹੇ ਨੇ। ਕੰਵਰ ਕਸ਼ਮੀਰਾ ਸਿੰਘ, ਅਤਰ ਸਿੰਘ ਵਰਗੇ ਸ਼ਹਾਦਤਾਂ ਪਾ ਗਏ। ਇੱਕ ਇੱਕ ਕਰਕੇ ਬਾਬਾ ਜੀ ਉੱਤੇ ਚੌਰ ਕਰਨ ਵਾਲੇ ਕਈ ਸੇਵਾਦਾਰ ਉੱਡ ਗਏ। ਹਰ ਪਾਸੇ ਲਹੂ ਦਾ ਦਰਿਆ ਵਗ ਰਿਹਾ ਸੀ। ਲਾਹੌਰ ਦੀਆਂ ਫੌਜਾਂ ਅੱਜ ਲਹੂ ਪੀ ਕੇ ਆਪਣੀ ਪਿਆਸ ਬੁਝਾ ਰਹੀਆਂ ਸੀ, ਤੇ ਖਾਲਸਾ ਰਾਜ ਦੀ ਉਹ ਆਖਰੀ ਨਿਸ਼ਾਨੀ ਉਹ ਵੀ ਖਤਮ ਹੋਣ ਵਾਲੀ ਸੀ। ਇੱਕ ਗੋਲਾ ਬਾਬਾ ਜੀ ਦੀ ਲੱਤ ਤੇ ਆ ਕੇ ਵੱਜਿਆ, ਔਰ ਚਿਹਰੇ ਦਾ ਜਲਾਲ ਵੱਧ ਗਿਆ, ਤੇ ਉੱਚੀ ਉੱਚੀ ਆਵਾਜ਼ ਵਿੱਚ ਕਹਿਣ ਲੱਗ ਪਏ ਵੀ ਆ ਜਾਓ, ਸੱਚਖੰਡ ਦੇ ਦਰਵਾਜ਼ੇ ਖੁੱਲਣੇ, ਜਿਹਨੇ ਸਿੱਧੇ ਹੋ ਕੇ ਸਾਡੇ ਨਾਲ ਜਾਣਾ ਤੁਰ ਪਾਓ। ਇਹ ਜ਼ਿੰਦਗੀ ਦੇ ਮੋਹ ਤੋਂ ਉੱਪਰਲੀ ਅਵਸਥਾ ਹੁੰਦੀ ਹੈ। ਜਿਵੇਂ ਕਦੇ ਸਰਮਦ ਨੇ ਜਲਾਦ ਨੂੰ ਮਿਸ਼ਰੀ ਦੀ ਡਲੀ ਦਿੱਤੀ ਸੀ, ਜਿੰਨੇ ਉਹਨੂੰ ਮਾਰਨਾ ਸੀ। ਉਹਨੇ ਆਖਿਆ ਇਹਦਾ ਕੀ ਕਾਰਨ? ਉਹ ਕਹਿੰਦਾ ਮੈਨੂੰ ਤੇਰੇ ਵਿੱਚੋਂ ਵੀ ਰੱਬ ਦਿਸਦਾ, ਤੇ ਕਦੇ ਕਦੇ ਮੇਰਾ ਖੁਦਾ ਤੇਰੇ ਰੂਪ ਵਿੱਚ ਵੀ ਆ ਜਾਂਦਾ। ਇਹ ਹੈ ਉੱਚੀ ਅਵਸਥਾ ਬ੍ਰਹਮ ਗਿਆਨੀਆਂ ਦੀ। ਬਾਬਾ ਜੀ ਜ਼ਖਮੀ ਹੋਏ ਨੇ, ਲਹੂ ਵਗ ਰਿਹਾ, ਤੇ ਕਹਿ ਇਹ ਰਹੇ ਨੇ ਵੀ ਆ ਜਾਓ, ਜਿੰਨੇ ਸਾਡੇ ਨਾਲ ਸੱਚਖੰਡ ਦਾ ਦਰਵਾਜ਼ਾ ਲੰਘਣਾ ਲੈ ਚੱਲੀਏ, ਫੇਰ ਨਾ ਆਖਿਓ ਇੱਥੇ ਰਹਿ ਗਏ। ਕਿਸ ਤਰ੍ਹਾਂ ਦਾ ਮਾਹੌਲ ਡੇਰੇ ਵਿੱਚ ਹੋਏਗਾ। ਇੱਕ ਕਵਿਤਾ ਕਹਿ ਕੇ ਤੇ ਇੱਕ ਬਲੂ ਸਟਾਰ ਐਕਸ਼ਨ ਦੀ ਕਹਿਣੀ, ਇਸ ਕਰਕੇ ਮੈਂ ਵਿਸਥਾਰ ਨਹੀਂ ਕਰਨਾ ਚਾਹੁੰਦਾ। ਆਓ ਸੰਤ ਬਾਬਾ ਵੀਰ ਸਿੰਘ ਜੀ 27 ਵਿਸਾਖ ਵਾਲੇ ਦਿਨ ਲਾਹੌਰ ਦੇ ਦੁਸ਼ਮਣਾਂ ਨਾਲ ਲੜਦੇ ਲੜਦੇ, ਜਿਵੇਂ ਸਿੱਖ ਰਾਜ ਨੂੰ ਸਲਾਮਤ ਰੱਖਣ ਦਾ ਯਤਨ ਕਰਦੇ ਕਰਦੇ ਆਪਣੀ ਜਾਨ ਆਪਣੀ ਕੌਮ ਤੋਂ ਕੁਰਬਾਨ ਕਰਕੇ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ, ਉਹ ਸਾਰੀ ਵਾਰਤਾ ਉਮਨ ਕੀਤੀ ਜਾ ਰਹੀ। ਬੈਠੇ ਬਾਬਾ ਜੀ ਸਮਾਧੀ ਚੇਤ ਜੋੜ ਕੇ, ਹਿਰਦੇ ਰੇ ਸੱਚੇ ਰੱਬ ਨੂੰ ਦਿਆਰ।
ਰੱਬੀ ਨੂਰ ਦੀ ਝਲਕ ਜੁੜੀ ਆਤਮਾ 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 ਓ ਰੱਬੀ ਨੂਰ ਦੀ ਝੜਕ ਜੁੜੀ ਆਤਮਾ ਡਰ ਦਿੱਤਾ ਦਿਲੋਂ ਮੌਤ ਦਾ ਭਲਾ ਇਹਨੇ ਚਿਹਰੇ ਨੂੰ ਹੁਕਮ ਹੋਇਆ ਫੌਜ ਨੂੰ ਫੌਜ ਨੂੰ ਫੌਜ ਨੂੰ ਬੈਠੇ ਬਾਬਾ ਜੀ ਸਮਾਧੀ ਚਿੱਤ ਜੋੜ ਕੇ ਹਿਰਦੇ ਰਹੇ ਸੱਚੇ ਰੱਬ ਨੂੰ ਧਿਆਨ ਰੱਬੀ ਨੂਰ ਦੀ ਝਲਕ ਜੁੜੀ ਆਤਮਾ 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 ਓ ਰੱਬੀ ਨੂਰ ਦੀ ਝਲਕ ਜੁੜੀ ਆਤਮਾ ਡਰ ਦਿੱਤਾ ਦਿਲੋਂ ਮੌਤ ਦਾ ਭਲਾ ਇਹਨੇ ਚਿਹਰੇ ਨੂੰ ਹੁਕਮ ਹੋਇਆ ਫੌਜ ਨੂੰ ਫੌਜ ਨੂੰ ਫੌਜ ਨੂੰ ਇਹਨੇ ਚਿਰਾਂ ਨੂੰ ਹੁਕਮ ਹੋਇਆ ਫੌਜ ਨੂੰ ਦਿੱਤੀ ਪਾਪੀਆਂ ਨੇ ਅੱਗ ਬਰਸਾ ਤੋਪਾਂ ਚੱਲੀਆਂ ਧਰਤ ਐਵੇਂ ਕੰਬ ਗਈ ਕੰਬ ਗਈ ਕੰਬ ਗਈ ਓ ਤੋਪਾਂ ਚੱਲੀਆਂ ਧਰਤ ਐਵੇਂ ਕੰਬ ਗਈ ਜਿਵੇਂ ਜਾਂਦਾ ਹੈ ਪਚਾਲ ਕੋਈ ਆ ਕਾਲਾ ਰੰਗ ਕੀਤਾ ਧੂਏ ਨੇ ਆਕਾਸ਼ ਦਾ ਆਕਾਸ਼ ਦਾ ਆਕਾਸ਼ ਦਾ ਕਾਲਾ ਰੰਗ ਹੋਇਆ ਧੂਏ ਨਾ ਆਕਾਸ਼ ਦਾ ਕਾਲਾ ਰੰਗ ਹੋਇਆ ਧੂਏ ਨਾ ਆਕਾਸ਼ ਦਾ ਦਿੱਤੀ ਅੱਗ ਜਾਂ ਬਰੂਦ ਤਾਈ ਲਾ ਜਿੱਥੇ ਚੱਲਦੇ ਲੰਗਰ ਹਰੀ ਨਾਮ ਦੇ ਨਾਮ ਦੇ ਨਾਮ ਦੇ ਓ ਜਿੱਥੇ ਚੱਲਦੇ ਲੰਗਰ ਹਰੀ ਨਾਮ ਦੇ ਉੱਥੇ ਲਹੂ ਵਾਲੇ ਵਗੇ ਦਰਿਆ ਮੀ ਵੰਗਰਾਂ ਬੰਦੂਕਾਂ ਵਿੱਚੋਂ ਗੋਲੀਆਂ 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 ਨੀ ਮੰਗਰਾਂ ਬੰਦੂਕਾਂ ਵਿੱਚੋਂ ਗੋਲੀਆਂ ਪਾਪੀ ਤੇਰੇ ਉੱਤੇ ਰਹਿ ਬਰਸਾ ਹੱਥ ਡੇਰੇ ਚੋਂ ਕਿਸੇ ਨਾ ਅੱਗੋਂ ਚੁੱਕਿਆ 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 ਓ ਹੱਥ ਡਰੇ ਜੋ ਕਿਸੇ ਨਾ ਅੱਗੋਂ ਚੁੱਕਿਆ ਹੱਥ ਡੇਰੇ ਜੋ ਕਿਸੇ ਨਾ ਅੱਗੋਂ ਚੁੱਕਿਆ ਦਿੱਤਾ ਸੀਸ ਰੱਬੀ ਭਾਣੇ ਨੂੰ ਚਕਾ ਸੰਦਾ ਵਾਲੀਆ ਅਤਰ ਸਿੰਘ ਸੂਰਮਾ 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 ਸੰਦਾ ਵਾਲੀਆ ਯਰ ਸਿੰਘ ਸੂਰਮਾ ਸੰਦਾ ਵਾਲੀਆ ਯਤਰ ਸਿੰਘ ਸੂਰਮਾ ਜਿੰਦ ਲਾ ਗਿਆ ਧਰਮ ਦੇ ਦਾ ਬੇਟਾ ਜਿੰਦ ਦੀ ਪਿਆਰੀ ਸਿੱਖ ਰਾਜ ਨੂੰ ਰਾਜ ਨੂੰ ਰਾਜ ਨੂੰ ਓ ਬੇਟਾ ਜਿੰਦ ਦੀ ਪਿਆਰੀ ਸਿੱਖ ਰਾਜ ਨੂੰ ਗਿਆ ਕਵਲ ਕਸ਼ਮੀਰ ਵੀ ਚੜਾ ਇਹਨੇ ਚਿਰਾਂ ਨੂੰ ਗੋਲਾ ਜਾਏ ਤੋਪ ਦਾ ਤੋਪ ਦਾ ਤੋਪ ਦਾ ਇਹਨੇ ਚਿਰਾਂ ਨੂੰ ਗੋਲਾ ਜਾਏ ਇੱਕ ਤੋਪ ਦਾ ਵੱਜਾ ਬਾਬਾ ਜੀ ਦੇ ਪੱਟ ਵਿੱਚ ਆ ਸ਼ਾਂਤ ਮਈ ਦਾ ਸੰਦੇਸ਼ ਦੇ ਕੇ ਜਗ ਨੂੰ ਜਗ ਨੂੰ ਜਗ ਨੂੰ ਓ ਸ਼ਾਂਤ ਮਈ ਦਾ ਸੰਦੇਸ਼ ਦੇ ਕੇ ਜਗ ਨੂੰ ਪਹੁੰਚੇ ਸਿੱਧੇ ਸੱਚਖੰਡ ਵਿੱਚ ਜਾ ਸੂਰ ਵੀਰ ਭਜਨੀ ਕਪੁੱਤ ਗੁਰਾਂ ਦੇ ਗੁਰਾਂ ਦੇ ਗੁਰਾਂ ਦੇ ਸੂਰ ਵੀਰ ਭਜਨੀਕ ਪੁੱਤ ਗੁਰਾਂ ਦੇ ਪਾਣੇ ਵਿੱਚ ਸੀ ਸ਼ਹੀਦੀ ਗਏ ਪਾ ਭਾਗੋ ਵਾਲੀਆ ਨਿਸ਼ਾਨ ਜਗ ਝੂਲਦੇ 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 ਓ ਭਾਗੋ ਵਾਲੀਆ ਨਿਸ਼ਾਨ ਜਗ ਝੂਲਦੇ
ਝੂਲਦੇ ਸਦਾ ਬੰਨੇ ਇਤਿਹਾਸ ਦੇ ਗਵਾਹ ਸਭ ਸੰਗਤ ਕਹਿ ਦਿਓ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇੱਕ ਵਾਰੀ ਸਾਰੀ ਸੰਗਤ ਪਿਆਰ ਵਿੱਚ ਆਓ, ਆਖੋ सतनाम श्री वाहिगुरु। शहीद की जो मौत है वो कौम की हजात है, हजात तो हजात जहां मौत बेहजात है। भागो वालिया निशान जग झूलदे, किन्ने निशान किन्ने पंचम बाबा वीर सिंह जी की याद में झुल रहे ने, कोई गिनती कर सकता? शहीद कदे मरदे होंगे? वो तो सदा जिउंदे, पर उन्हां दी शहादत तो बाद जो हशर उन्होंने शहीद करने वाले का होया वो भी तुसी जानते। ये वाकया मई महीने बीतिया ते दसंबर महीने शादरे दे कोल सिख फौजा ने हीरा सिंह नूं घेर के मारिया, मियाँ लाभ सिंह डोगरा मारिया, पंडित जला मारिया, मियाँ सुन सिंह डोगरा मारिया। इन्हां दे सिर लिया के दरवाजियां ते टंगे ते मुड़ के गंदियां नालियां च सुट दिते जिन्हां बाबा वीर सिंह नूं शहीद कीता सी। खट्टिया डोगरिया भी कख नहीं है। बापू सीतल जी पता की कहंदे? कहंदे जिन्नी राजनीति डोगरिया ने सिख राज नूं बर्बाद करन विच वरती है, जे इन्नी अकल उहनूं बचाउण विच वरतदे ते इतिहास किसे होर ढंग नाल लिखिया जांदा। जदों गवर्नर निहाल सिंह नूं मारिया, गुलाब सिंह दा एक पुत्तर उत्थे मर गया, मियाँ उधम सिंह। ये मियाँ सोहन सिंह भी गुलाब सिंह का पुत्र। हीरा सिंह नवलद होकर मरिया, ध्यान सिंह मरिया, सचेत सिंह की औलाद कोई नहीं सी। और गुलाब सिंह ने एक पुत्र मतबन्ना रणवीर सिंह नूं दिता होया ते अखीर विच एक बाकी रह जाता है जिहदी संतान बाद विच लंबा समा राज कर जाती है। और मैं कहना चाहुंदा भी इन्नी बर्बादी करके उन्हां दी अपनी भी बर्बादी हुई है ना, पर सिख राज दी जड़ां विच तेल दे गए और अज तक असीं उस राज नूं याद कर करके झूरदे। आओ तुहाडा अपना भाई जोगा सिंह भागोवाली है, जिला गुरदासपुर। साथ दे रहे सन भाई भुपिंदर सिंह जी दरगाहपुर, तुहाडे इलाके दा हीरा। जोड़ी विच भाई कुलवंत सिंह जी और भाई सुखविंदर सिंह जी। अरदास करियो जिन्ना चिर तक शरीरक जीवन है कवीशरी दे राहीं अपनी कौम की सेवा करते रहिए, तुहाडे चरण झाड़ते रहिए। वाहिगुरू जी का खालसा, वाहिगुरू जी।